ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਦੇ ਵਿੱਚ ਉਚਾਰਨ ਕੀਤੀ ਹੋਈ ਵਾਰ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਜਿਹਦੀ ਆਪਾਂ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਾਧ ਸੰਗਤ ਜੀ, ਵਾਰ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਇਹਦੀ ਬਣਤਰ ਬਾਰੇ, ਕੁਝ ਇਹਦੀਆਂ ਜੋ ਸਾਨੂੰ ਹਦਾਇਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਨੇ ਵੀ ਟੁੰਡੇ ਅਸ ਰਾਜੇ ਕੀ ਧੁਨੀ, ਇਹਦੇ ਬਾਰੇ, ਫਿਰ ਇਹਦੇ ਬਾਰੇ ਕਿਹੜੇ ਕਿਹੜੇ ਵਿਸ਼ਿਆਂ 'ਤੇ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਾਰ ਦੇ ਵਿੱਚ ਕੀਤੀ ਹੋਈ ਹੈ, ਇਹਦੇ ਬਾਰੇ ਆਪਾਂ ਵਾਰ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਾਂ ਕੁਝ ਆਰੰਭ ਵਿੱਚ ਆਪਾਂ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਜ਼ਰੂਰੀ ਸਮਝਦੇ ਹਾਂ। ਜਿਵੇਂ ਕਿ ਵਾਰਾਂ ਬਾਰੇ ਜਦੋਂ ਆਪਾਂ ਵਾਰਾਂ ਦੀ ਗਿਣਤੀ ਕਰਦੇ ਹਾਂ ਵੀ ਕੁੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ 21 ਵਾਰਾਂ ਗੁਰੂ ਸਾਹਿਬਾਨ ਵੱਲੋਂ ਉਚਾਰਨ ਕੀਤੀਆਂ ਹੋਈਆਂ ਨੇ ਅਤੇ ਇੱਕ ਵਾਰ ਜਿਹੜੀ ਹੈ ਉਹ ਗੁਰਸਿੱਖਾਂ ਵੱਲੋਂ ਭਾਈ ਸੱਤਾ ਅਤੇ ਬਲਵੰਡ ਜੀ ਵੱਲੋਂ ਉਚਾਰਨ ਕੀਤੀ ਹੋਈ ਹੈ। 22 ਵਾਰਾਂ ਵਿੱਚੋਂ 20 ਵਾਰਾਂ ਜਿਹੜੀਆਂ ਨੇ ਉਹ ਸ਼ਲੋਕਾਂ ਨਾਲ ਨੇ, 2 ਵਾਰਾਂ ਸ਼ਲੋਕਾਂ ਤੋਂ ਬਿਨਾਂ ਨੇ। ਇੱਕ ਭਾਈ ਸੱਤਾ ਬਲਵੰਡ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਵਾਰ ਰਾਮਕਲੀ ਰਾਗ ਅੰਦਰ, ਅਤੇ ਇੱਕ ਬਸੰਤ ਕੀ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤੀ ਹੋਈ। ਇਹ 2 ਵਾਰਾਂ ਸ਼ਲੋਕਾਂ ਤੋਂ ਬਿਨਾਂ ਨੇ। 3 ਵਾਰਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੀਆਂ ਨੇ। 4 ਵਾਰਾਂ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ, 8 ਵਾਰਾਂ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਵੱਲੋਂ, ਅਤੇ 6 ਵਾਰਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੱਲੋਂ ਉਚਾਰਨ ਕੀਤੀਆਂ ਹੋਈਆਂ। ਇਹਨਾਂ 22 ਵਾਰਾਂ ਵਿੱਚੋਂ 9 ਵਾਰਾਂ ਦੇ ਉੱਪਰ ਧੁਨੀ ਲਿਖੀ ਹੋਈ ਹੈ। ਜਿਵੇਂ ਆਪਾਂ ਆਸਾ ਰਾਗ ਦੇ ਵਿੱਚ ਜਿਹੜੀ ਉਚਾਰਨ ਕੀਤੀ ਵਾਰ ਹੈ ਟੁੰਡੇ ਅਸ ਰਾਜੇ ਕੀ ਧੁਨੀ ਆਪਾਂ ਪੜ੍ਹਦੇ ਹਾਂ। ਫਿਰ ਆਮ ਵੇਖਦੇ ਹਾਂ ਆਪਾਂ ਵੀ ਜਿਹੜੀਆਂ ਸ਼ਲੋਕ ਅਤੇ ਪੌੜੀਆਂ ਆਉਂਦੀਆਂ ਨੇ ਇਹਨਾਂ ਵਿੱਚ ਰਹਾਉ ਦਾ ਬੰਦ ਨਹੀਂ ਹੁੰਦਾ, ਸ਼ਬਦਾਂ ਵਿੱਚ ਰਹਾਉ ਦੇ ਬੰਦ ਆਉਂਦੇ ਨੇ। ਇਹਨਾਂ 22 ਵਾਰਾਂ ਵਿੱਚੋਂ ਜਿਹੜੀਆਂ 2 ਵਾਰਾਂ ਨੇ, ਇੱਕ ਵਾਰ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਇਸ ਵਾਰ ਦੇ ਵਿੱਚ 12 ਨੰਬਰ ਜਿਹੜੀ ਪੌੜੀ ਹੈ ਪੜ੍ਹਿਆ ਹੋਵੇ ਗੁਨਾਹਗਾਰ, ਇਹਦੇ ਨਾਲ 5 ਸ਼ਲੋਕ ਆਏ ਨੇ। ਪਹਿਲਾ ਸ਼ਲੋਕ ਸ਼ੁਰੂ ਹੁੰਦਾ ਦੁੱਖ ਦਾਰੂ ਸੁਖ ਰੋਗ ਪਿਆ। ਇਹ ਸ਼ਲੋਕ ਜਦੋਂ ਸਮਾਪਤ ਹੁੰਦਾ ਹੈ ਇਹਦੇ ਨਾਲ ਅੱਗੇ ਜਾ ਕੇ 2 ਡੰਡੀਆਂ ਆਉਂਦੀਆਂ ਨੇ। ਉਸ ਤੋਂ ਬਾਅਦ ਫਿਰ ਇੱਕ ਅੰਕ ਆਉਂਦਾ, ਫਿਰ ਅੱਗੇ 2 ਡੰਡੀਆਂ ਆਉਂਦੀਆਂ ਨੇ। ਉਸ ਤੋਂ ਬਾਅਦ ਅੱਗੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ, ਫਿਰ ਅੱਗੇ 2 ਡੰਡੀਆਂ, ਇੱਕ ਅੰਕ, ਫਿਰ ਨਾਲ 2 ਡੰਡੀਆਂ, ਫਿਰ ਰਹਾਉ ਦਾ ਬੰਦ, ਯਾਨੀ ਕਿ ਇਹ ਰਹਾਉ ਦਾ ਬੰਦ ਹੈ। ਇਸ ਤੋਂ ਬਾਅਦ ਅੱਗੇ 4 ਸ਼ਲੋਕ ਹੋਰ ਆਉਣੇ ਨੇ, ਫਿਰ ਅੱਗੇ ਜਾ ਕੇ ਪੌੜੀ ਆਉਣੀ ਹੈ। ਯਾਨੀ ਕਿ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਜਿਹੜੀ ਵਾਰ ਹੈ ਇਹਦੇ ਵਿੱਚ ਇੱਕ ਰਹਾਉ ਦਾ ਬੰਦ ਹੈ। ਇੱਦਾਂ ਹੀ ਰਾਮਕਲੀ ਰਾਗ ਅੰਦਰ ਜਿਹੜੀ ਉਚਾਰਨ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਹੈ ਉਹਦੇ ਵਿੱਚ ਵੀ ਇੱਕ ਰਹਾਉ ਦਾ ਬੰਦ ਹੈ। ਪਹਿਲੀ ਪੌੜੀ ਦੇ ਅਖੀਰ ਵਿੱਚ ਆਉਂਦਾ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਉਹ ਪਹਿਲੀ ਪੌੜੀ ਦੇ ਅਖੀਰ, ਇਹ ਸ਼ਲੋਕ ਤੋਂ ਬਾਅਦ ਆਇਆ ਰਹਾਉ ਦਾ ਬੰਦ, ਉਹ ਪੌੜੀ ਤੋਂ ਬਾਅਦ ਵਿੱਚ ਆਇਆ। ਯਾਨੀ ਕਿ 22 ਵਾਰਾਂ ਵਿੱਚੋਂ ਸਿਰਫ 2 ਵਾਰਾਂ ਦੇ ਵਿੱਚ ਰਹਾਉ ਦਾ ਬੰਦ ਆਉਂਦਾ ਹੈ। ਉਹ ਜਿਹੜਾ ਰਹਾਉ ਦਾ ਬੰਦ ਹੈ ਇਹ ਪੌੜੀਆਂ ਅਤੇ ਸ਼ਲੋਕਾਂ ਦੇ ਵਿੱਚ ਨਹੀਂ ਆਇਆ। ਯਾਨੀ ਕਿ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਫਿੱਟ ਕੀਤਾ, ਕਿਉਂਕਿ ਸ਼ਲੋਕਾਂ ਅਤੇ ਪੌੜੀਆਂ ਵਿੱਚ ਰਹਾਉ ਦਾ ਬੰਦ ਨਹੀਂ ਆਉਂਦਾ, ਕਿਉਂਕਿ ਇਹਦੀ ਗਿਣਤੀ ਵੱਖਰੀ ਹੈ। ਉੱਥੇ ਨਾਲ ਬਕਾਇਦਾ ਇਹਦੀ ਗਿਣਤੀ ਵੱਖਰੀ ਕੀਤੀ ਹੋਈ ਹੈ। ਤੋ ਖੈਰ, ਇਹ ਉਹਨਾਂ ਸਰੋਤਿਆਂ ਵਾਸਤੇ, ਕਈਆਂ ਨੂੰ ਇਹ ਵਿਸ਼ਾ ਬੜਾ ਖੁਸ਼ਕ ਲੱਗਣਾ ਹੈ, ਕਿਉਂਕਿ ਜਿਹੜੇ ਬਾਣੀ ਪੜ੍ਹਦੇ ਸਮਝਦੇ ਨਹੀਂ, ਜਿਨ੍ਹਾਂ ਨੇ ਤਾਂ ਸਿਰਫ ਨਮਸਕਾਰਾਂ ਬਾਹਰੇ ਤੌਰ 'ਤੇ ਕੀਤੀਆਂ ਨੇ, ਉਹਨਾਂ ਨੂੰ ਸ਼ਾਇਦ ਬੜਾ ਔਖਾ ਲੱਗਦਾ ਵੀ ਇਹ ਕੀ ਗੱਲਾਂ ਨੇ। ਪਰ ਜਿਹੜੇ ਖੋਜੀ ਬਿਰਤੀ ਨਾਲ ਪੜ੍ਹਦੇ ਆ, ਸਮਝਣ ਵਾਲੇ ਨੇ, ਸਮਝ ਕੇ ਬਾਣੀ ਵਿਚਾਰਨ ਵਾਲੇ ਤਰੀਕੇ ਨਾਲ ਪੜ੍ਹਦੇ ਆ, ਉਹ ਬਹੁਤ ਸ਼ੌਂਕ ਰੱਖਦੇ ਆ ਕਿ ਕਮ ਸੇ ਕਮ ਜਿਸ ਖਜ਼ਾਨੇ ਦੇ ਲੜ ਸਾਨੂੰ ਗੁਰੂ ਪਾਤਸ਼ਾਹ ਲਾ ਕੇ ਗਏ ਆ, ਸਾਨੂੰ ਉਹਦੀ ਤਰਤੀਬ ਬਾਰੇ ਪਤਾ ਤਾਂ ਹੋਵੇ। ਜਿਵੇਂ ਅਸੀਂ ਦੁਨਿਆਵੀ ਧਨ ਦੌਲਤ ਬਾਰੇ ਮਾਣ ਨਾ ਕਹਿੰਦੇ ਵੀ ਉੱਥੇ ਸਾਡੇ ਦਾਦਾ ਜੀ ਦੇ 4 ਕਿੱਲੇ ਜ਼ਮੀਨ ਹੈ, ਉੱਥੇ ਸਾਡੇ ਦਾਦਾ ਜੀ ਨੇ 4 ਜਿਹੜੇ ਸਨ ਉਹ ਆਪਣੇ ਮਕਾਨ ਖਰੀਦੇ ਸਨ, ਉੱਥੇ 4 ਦੁਕਾਨਾਂ ਲੈ ਕੇ ਦਿੱਤੀਆਂ। ਜੇ ਆਪਾਂ ਉਹਨਾਂ ਬਾਰੇ ਨੌਲੇਜ ਰੱਖਦੇ ਹਾਂ ਵੀ ਕਿੰਨਾ ਬੈਂਕ ਬੈਲੈਂਸ ਸਾਡੇ ਪਿਤਾ ਦਾ, ਦਾਦੇ ਜੀ ਦਾ, ਅਤੇ ਇਹ ਵੀ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਇਹ ਇੱਕ ਆਤਮਿਕ ਧਨ ਦਾ ਖਜ਼ਾਨਾ ਬਖਸ਼ਿਸ਼ ਕੀਤਾ, ਜਿਹਨੂੰ ਲਿਖਿਆ ਪਿਊ ਦਾਦੇ ਕਾ
ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਤੋ ਖੈਰ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਵੀ ਇਹ ਉਹਨਾਂ ਸਰੋਤਿਆਂ ਵਾਸਤੇ ਜਿਹੜੇ ਬਾਣੀ ਸਮਝ ਕੇ ਇੱਕ ਵਾਰ ਤੁਸੀਂ ਇਹਨੂੰ ਸਮਝ ਕੇ ਪੜ੍ਹਨ ਦੀ ਰੁਚੀ ਰੱਖੋਗੇ, ਬੜਾ ਸਵਾਦ ਆਏਗਾ, ਬੜਾ ਆਨੰਦ ਆਏਗਾ। ਜ਼ਿੰਦਗੀ ਜਿਉਣ ਦਾ ਤਰੀਕਾ ਹੀ ਬਦਲ ਜਾਂਦਾ ਹੈ ਜਦੋਂ ਬੰਦਾ ਬਾਣੀ ਸਮਝ ਕੇ, ਪੜ੍ਹ ਕੇ, ਵਿਚਾਰ ਕੇ ਇਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਣਾ ਸ਼ੁਰੂ ਕਰਦਾ। ਤੋ ਖੈਰ ਇਹ ਮੈਂ ਵਾਰਾਂ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਵੀ ਕੁੱਲ 22 ਵਾਰਾਂ ਵਿੱਚੋਂ 21 ਵਾਰਾਂ ਗੁਰੂ ਸਾਹਿਬ ਜੀ ਵੱਲੋਂ ਉਚਾਰਨ ਕੀਤੀਆਂ ਹੋਈਆਂ ਹਨ। ਤੋ ਇੱਦਾਂ ਹੀ ਇਹ ਜਿਹੜੀਆਂ 9 ਵਾਰਾਂ ਨੇ, 9 ਵਾਰਾਂ ਦੇ ਆਰੰਭ ਵਿੱਚ ਜਿਹੜਾ ਉਹ ਧੁਨੀਆਂ ਲਿਖੀਆਂ ਹੋਈਆਂ ਨੇ, ਜਿਵੇਂ ਆਪਾਂ ਇਹ ਆਸਾ ਰਾਗ ਦੀ ਜਿਹੜੀ ਉਚਾਰਨ ਕੀਤੀ ਹੋਈ ਵਾਰ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਸਭ ਤੋਂ ਪਹਿਲਾਂ ਮੰਗਲਾ ਚਰਨ ਉਹਦਾ ਜਿਹੜੀ ਇਹਦੀ ਆਪਾਂ ਵੇਖਦੇ ਹਾਂ, ਬਣਤਰ ਵੇਖਦੇ ਹਾਂ, ਅਤੇ ਮੰਗਲਾ ਚਰਨ ਤੋਂ ਬਾਅਦ ਫਿਰ ਅੱਗੇ ਜਾ ਕੇ ਆਸਾ ਮਹੱਲਾ ਪਹਿਲਾ, ਇਹ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਾਰ ਹੈ। ਇਹਦੀਆਂ ਕੁੱਲ 24 ਪੌੜੀਆਂ ਨੇ। ਕਿਸੇ ਪੌੜੀ ਦੇ ਨਾਲ 3 ਸਲੋਕ ਨੇ, ਕਿਸੇ ਪੌੜੀ ਦੇ ਨਾਲ 4-5 ਸਲੋਕ ਨੇ, ਇੱਦਾਂ, ਕਿਉਂਕਿ ਜਿਹੜੀਆਂ ਵਾਰਾਂ ਨੇ ਅਸਲ ਵਿੱਚ ਮੇਨ ਪੌੜੀਆਂ ਨੇ। ਪੌੜੀਆਂ ਨੂੰ ਅਸੀਂ ਵਾਰ ਕਹਿੰਦੇ ਹਾਂ ਕਿਉਂਕਿ ਤੁਸੀਂ ਵੇਖਿਆ ਹੋਏਗਾ ਸਲੋਕ 2 ਵਾਰਾਂ ਦੇ ਨਾਲ ਨਹੀਂ ਹੈਗੇ, ਪਰ ਤਾਂ ਵੀ ਆਪਾਂ ਵਾਰ ਹੀ ਕਿਹਾ। ਬਸੰਤ ਕੀ ਵਾਰ ਸਲੋਕ ਨਹੀਂ ਹੈਗੇ, ਕੱਲੀਆਂ ਪੌੜੀਆਂ ਤਾਂ ਵੀ ਵਾਰ ਹੈ। ਉੱਥੇ ਵੀ ਭਾਈ ਸੱਤਾ ਬਲਵੰਡ ਜੀ ਦੀ ਜਿਹੜੀ ਵਾਰ ਹੈ ਉੱਥੇ ਸਲੋਕ ਨਹੀਂ ਹੈਗੇ, ਤਾਂ ਵੀ ਆਪਾਂ ਵਾਰ ਹੀ ਕਿਹਾ। ਮੇਨ ਜਿਹੜੀ ਬਾਣੀ ਹੈ ਉਹ ਆਪਾਂ ਪੌੜੀਆਂ ਨੂੰ ਵਾਰ ਕਹਿੰਦੇ ਹਾਂ, ਅਤੇ ਫਿਰ ਜਿਹੜੇ ਸਲੋਕ ਪੌੜੀਆਂ ਨਾਲ ਅੰਕਿਤ ਕਰ ਦਿੱਤੇ, ਜਿਹੜੇ ਇਹਨਾਂ ਤੋਂ ਵੱਧ ਗਏ, ਫਿਰ ਉਹ ਅਖੀਰ 'ਤੇ ਜਾ ਕੇ ਫਿਰ ਸਲੋਕ ਵਾਰਾਂ 'ਤੇ ਵਧੇਕ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਵੱਖਰੀ ਬਾਣੀ ਜਿਹੜੀ ਹੈ ਉਹਨੂੰ ਨਾਂ ਦੇਤਾ, ਇੱਕ ਥਾਂ 'ਤੇ ਅੰਕਿਤ ਕਰਤਾ। ਬਹੁਤ ਸਿਆਣਪ ਅਤੇ ਸੂਝ ਵਾਲਾ ਕੰਮ ਸੀ ਜਿਹੜਾ ਆੜੇ ਸਿਰਲੇਖ ਗੁਰਬਾਣੀ ਦੇ ਉੱਪਰ ਬੱਧੇ ਨੇ। ਇਹ ਕੰਮ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਭਾਵੇਂ ਲਿਖੀ ਬਾਣੀ ਭਾਈ ਗੁਰਦਾਸ ਜੀ ਨੇ ਆ, ਪਰ ਕਿੰਨੇ ਸਿਆਣਪ ਨਾਲ, ਕਿੰਨੀ ਸੂਝ ਦੇ ਨਾਲ ਇਹ ਬਾਣੀ ਲਿਖਾਈ ਹੋਈ, ਕਿੰਨੇ ਰੌਸ਼ਨ ਦਿਮਾਗ ਹੋਣਗੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਇੰਨੇ ਸੋਹਣੇ ਤਰੀਕੇ ਨਾਲ ਕਿਹੜੇ ਕਿਹੜੇ ਸ਼ਬਦ ਨੂੰ ਕਿੱਥੇ ਅੰਕਿਤ ਕਰਨਾ, ਕਿੰਨੀ ਸੋਹਣੀ ਤਰਤੀਬ ਦਿੱਤੀ ਹੈ ਗੁਰੂ ਅਰਜਨ ਸਾਹਿਬ। ਸਿਰ ਚੁੱਕਦਾ, ਸੱਚੀ ਗੱਲ ਹੈ। ਐਵੇਂ ਨਹੀਂ ਸੀ ਅਗਲੇ ਵੈਰ ਪਏ ਕਿ ਇੰਨਾ ਰੌਸ਼ਨ ਦਿਮਾਗ ਜਿਹਦੇ ਵਿੱਚ ਇੰਨੇ ਸੋਹਣੇ ਮੋਤੀ ਕਿਰਦੇ ਹੋਣ, ਇੰਨੀਆਂ ਸੋਹਣੀਆਂ ਵਿਚਾਰਾਂ ਆਉਂਦੀਆਂ ਹੋਣ, ਜਿਸ ਬ੍ਰੇਨ ਦੇ ਵਿੱਚੋਂ ਏਡੇ ਏਡੇ ਉੱਚੇ ਖਿਆਲ ਆਉਂਦੇ ਹੋਣ ਕਿ ਜਿਨ੍ਹਾਂ ਨੇ ਵੱਡੇ ਵੱਡੇ ਪੇਪਰ ਦੇ ਕਾੜ ਤੋੜ ਦਿੱਤੇ ਹੋਣ, ਅਗਲੇ ਹੱਥ ਧੋ ਕੇ ਪਿੱਛੇ ਪੈ ਗਏ ਕਿ ਅਸੀਂ ਐਸੇ ਸਰੀਰ ਨੂੰ ਦੁਨੀਆ ਦੇ ਵਿੱਚ ਰਹਿਣ ਹੀ ਨਹੀਂ ਦੇਣਾ। ਪਰ ਕੌਣ ਜਾਣਦਾ ਸੀ ਵੀ ਤੁਸੀਂ ਸਰੀਰ ਨੂੰ ਛਾਲੇ ਛਾਲੇ ਕਰ ਸਕਦੇ ਹੋ, ਪਰ ਜਿਹੜਾ ਬੂਟਾ ਗੁਰੂ ਸਾਹਿਬ ਲਾ ਚੁੱਕੇ ਨੇ ਉਹ ਬੂਟਾ ਸਦਾ ਹਰਿਆ ਰਹੇਗਾ। ਆਓ ਇੰਨੀ ਸੋਹਣੀ ਬਾਣੀ ਦੀ ਵਿਚਾਰ ਸਾਨੂੰ ਜਿਹੜੀ ਬਖਸ਼ਿਸ਼ ਕੀਤੀ, ਪੜ੍ਹੋ, ਸਮਝੋ ਅਤੇ ਵਿਚਾਰੋ। ਅੱਜ ਆਪਾਂ ਜਿਹੜੀ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਜਿਹੜੀ ਬਾਣੀ ਹੈ, ਜਿਹਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਆਰੰਭਤਾ ਵਿੱਚ ਆਪਾਂ ਇਹਦਾ ਸਿਰਲੇਖ ਵੱਲ ਧਿਆਨ ਦੇਣਾ। ਵਾਰ ਸਲੋਕਾਂ ਨਾਲ, ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਆਸ ਰਾਜੇ ਕੀ ਧੁਨੀ। ਟੁੰਡਾ ਆਮ ਆਪਾਂ ਕਹਿੰਦੇ ਵੀ ਜਿਹਦੀ ਬਾਂਹ ਨਾ ਹੋਵੇ, ਆਪਾਂ ਕਹਿੰਦੇ ਵੀ ਇਹ ਟੁੰਡਾ, ਇਹਦੀ ਬਾਂਹ ਕੰਮ ਨਹੀਂ ਕਰਦੀ। ਹੁਣ ਇੱਥੇ ਸ਼ਬਦ ਵਰਤਿਆ ਟੁੰਡੇ ਅਸ ਰਾਜੇ ਕੀ ਧੁਨੀ। ਅਸ ਰਾਜੇ ਦਾ ਨਾਮ ਹੈ ਜਿਹਦੀ ਬਾਂਹ ਕੱਟੀ ਹੋਈ ਸੀ, ਜੋ ਰਾਜੇ ਸਾਰੰਗ ਦਾ ਬੇਟਾ ਸੀ। ਹੁਣ ਇਹਦੀ ਧੁਨ ਕਿਹੜੀ ਹੋਏਗੀ? ਜਿਹਦਾ ਨਾਂ ਬਾਣੀ ਵਿੱਚ ਲਿਖਿਆ ਗਿਆ ਟੁੰਡੇ ਅਸ ਰਾਜੇ ਕੀ ਧੁਨੀ। ਆਮ ਆਪਾਂ ਕਹਿੰਦੇ ਬਾਣੀਆਂ ਵਿੱਚ ਕਿਸੇ ਦਾ ਬੰਦੇ ਦਾ ਨਾਂ ਨਹੀਂ ਆਇਆ, ਪਰ ਇੱਥੇ ਅਸ ਦਾ ਨਾਂ ਆਇਆ। ਕਿਹੜੇ ਕਿਰਦਾਰ ਦਾ ਮਾਲਕ ਹੋਏਗਾ? ਕਿਹੜੀ ਇਹਦੀ ਸੋਚ ਉੱਚੀ ਹੋਏਗੀ? ਕਿੱਡਾ ਇਹਦਾ ਕਰੈਕਟਰ ਉੱਚਾ ਹੋਏਗਾ, ਜਿਸ ਕਰਕੇ ਸਾਨੂੰ ਗੁਰੂ ਸਾਹਿਬ ਵੱਲੋਂ ਹਦਾਇਤ ਕੀਤੀ ਹੋਏਗੀ ਵੀ ਇਸ ਧੁਨ ਦੇ ਉੱਤੇ ਇਸ ਬਾਣੀ ਨੂੰ ਗਾਇਆ ਜਾਏਗਾ। ਇਹ ਜਿਹੜਾ ਅਸ ਰਾਜਾ ਹੈ, ਇਹਦੇ ਪਿਤਾ ਦਾ ਨਾਮ ਰਾਜਾ ਸਾਰੰਗ ਸੀ। ਇਹਦੇ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਬੜਾ ਸੋਹਣਾ ਲਿਖਿਆ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਬੜਾ ਵਧੀਆ ਨੋਟ ਨਾਲ ਦਿੱਤਾ ਹੋਇਆ। ਭਾਵੇਂ ਥੋੜ੍ਹੀ ਆਪਸ ਵਿੱਚ ਜਿਹੜੀ ਸਟੋਰੀ ਹੈ, ਕਹਾਣੀ, ਉਹ ਆਪਸ ਵਿੱਚ ਡਿਫਰੈਂਟ ਹੈ, ਪਰ ਬਾ ਕਮਾਲ ਕਿਰਦਾਰ ਅਤੇ ਕਰੈਕਟਰ ਨੂੰ ਸਿਰਜਣ ਵਾਲੀ ਜਿਹੜੀ ਹੈ ਉਹ ਉਸ ਵਕਤ ਦੀ ਕਹਾਣੀ ਜਿਹੜੀ ਅਸ ਰਾਜੇ ਦੀ ਆਉਂਦੀ ਹੈ। ਰਾਜਾ ਸਾਰੰਗ ਉਹਦਾ ਬੇਟਾ ਸੀ, ਰਾਜਾ ਅਸ, ਅਤੇ ਉਹਦੀ ਪਤਨੀ ਚੜ੍ਹਾਈ ਕਰ ਗਈ ਰਾਜੇ ਸਾਰੰਗ ਦੀ, ਅਤੇ ਰਾਜੇ ਸਾਰੰਗ ਨੇ ਫਿਰ ਦੂਸਰਾ ਵਿਆਹ ਕਰਾ ਲਿਆ। ਦੂਸਰਾ ਵਿਆਹ ਕਰਾਇਆ ਅਤੇ ਹੁਣ ਕੁਦਰਤੀ ਗੱਲ, ਵਿਆਹ ਤਾਂ ਉਹਨੇ ਇਸ ਇੱਛਾ ਨਾਲ ਕਰਾਇਆ ਸੀ ਕਿ ਮੇਰੇ ਪੁੱਤਰ ਨੂੰ ਮਾਂ ਚਾਹੀਦੀ ਹੈ, ਮੈਂ ਆਪਣਾ ਘਰ ਵਸਾ ਲਵਾਂ। ਪਰ ਜਿਹੜੀ ਔਰਤ ਆਈ ਵਿਆਹੀ ਰਾਜੇ ਸਾਰੰਗ ਦੇ ਘਰ, ਉਹਦਾ ਮਨ ਸਾਫ਼ ਨਹੀਂ ਸੀ। ਉਹ ਆਪਣੇ ਰਾਜੇ ਸਾਰੰਗ ਦੇ ਬੇਟੇ ਅਸ ਦੇ ਉੱਤੇ ਮੋਹਿਤ ਹੋ ਗਈ, ਯਾਨੀ ਕਿ ਮਨ ਵਿੱਚ ਕਾਲਖ ਆ ਗਈ, ਮਨ ਵਿੱਚ ਮੈਲ ਆ ਗਈ, ਮਨ ਮਲੀਨਤਾ ਨਾਲ ਭਰ ਗਿਆ, ਮਾੜੀ ਨਿਗਾਹ ਰੱਖਣ ਲੱਗ ਪਈ। ਪਰ ਜਿਹੜਾ ਅਸ ਸੀ ਨਾ, ਉਹ ਕਰੈਕਟਰ ਦਾ ਬੜਾ ਉੱਚਾ ਸੀ, ਉਹ ਕਿਰਦਾਰ ਦਾ ਬੜਾ ਉੱਚਾ ਸੀ। ਉਹਨੇ ਆਪਣਾ ਧਰਮ ਪਾਲਿਆ, ਉਹਨੇ ਆਪਣੇ ਮਨ ਵਿੱਚ ਮਾੜੇ ਖਿਆਲ ਨਹੀਂ ਆਉਣ ਦਿੱਤੇ। ਬੜੀ ਵਾਰੀ ਉਕਸਾਇਆ ਵੀ ਉਹਨੂੰ, ਪਰ ਨਹੀਂ, ਉਸ ਬੰਨੇ ਗਿਆ ਨਹੀਂ। ਹੁਣ ਕੁਦਰਤੀ ਗੱਲ ਹੈ ਵੀ ਇਹ ਗੱਲ ਪੱਕੀ ਹੈ ਵੀ ਸੰਸਾਰ 'ਤੇ ਬੜਾ ਕੁਝ ਹੈ, ਇਹ ਸਮਾਜ ਵਿੱਚ ਬੜਾ ਕੁਝ ਵਾਪਰਦਾ ਹੈ ਵੀ ਜਿਹੜੀ ਅਸ
ਦੀ ਜਿਹੜੀ ਮਾਂ ਬਣਨ ਆਈ ਸੀ ਔਰਤ, ਰਾਜੇ ਸਾਰੰਗ ਦੀ ਪਤਨੀ, ਉਹਨੇ ਇੱਕ ਵਾਰ ਪੂਰੀ ਕੋਸ਼ਿਸ਼ ਕੀਤੀ ਆਪਣੀਆਂ ਡੋਰੀਆਂ ਪਾਉਣ ਦੀ, ਪਰ ਨਹੀਂ, ਉਹਨੇ ਆਪਣੇ ਆਪ ਨੂੰ ਬਚਾ ਲਿਆ। ਫਿਰ ਉਹਨੇ ਦੂਜੀ ਚਾਲ ਚੱਲੀ ਵੀ ਜੇ ਤੂੰ ਮੇਰੇ ਆਖੇ ਨਹੀਂ ਲੱਗਣਾ, ਫਿਰ ਮੈਂ ਤੈਨੂੰ ਇਸ ਘਰ ਵਿੱਚ ਰਹਿਣ ਦੇਣਾ ਨਹੀਂ, ਕਿਉਂਕਿ ਮੇਰੇ ਇਸ਼ਾਰਿਆਂ 'ਤੇ ਤੇਰਾ ਬਾਪ ਚੱਲਦਾ, ਮੈਂ ਜੋ ਤੇਰੇ ਬਾਪ ਨੂੰ ਕਹਾਂਗੀ ਉਹ ਇਹ ਹੋਏਗਾ। ਉਹਨੇ ਫਿਰ ਉਲਟੀ ਕਹਾਣੀ ਬਣਾਤੀ ਵੀ ਇਹਦੀ ਨਿਗਾਹ ਮੇਰੇ ਪ੍ਰਤੀ ਮਾੜੀ ਹੈ, ਇਹ ਮੇਰੇ ਵੱਲ ਮਾੜੀ ਨਿਗਾਹ ਨਾਲ ਵੇਖਦਾ, ਮੈਨੂੰ ਇਹਨੇ ਹੱਥ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੁਦਰਤੀ ਗੱਲ ਸੀ ਵੀ ਰਾਜੇ ਸਾਰੰਗ ਨੇ ਆਪਣੀ ਪਤਨੀ ਦਾ ਉਹ ਜਿਹੜਾ ਇਹੋ ਜਿਹਾ ਮਾਇਆ ਜਾਲ, ਹੁਣ ਮਾਇਆ ਦੇ ਕਈ ਰੂਪ ਨੇ ਨਾ, ਉਹ ਜਾਲ ਇਹੋ ਜਿਹਾ ਫੈਲਿਆ, ਉਹਨੇ ਆਪਣੀ ਪਤਨੀ ਦੇ ਆਖੇ ਲਾ ਕੇ ਉਹਨੂੰ ਸਜ਼ਾ ਦਿੱਤੀ, ਉਹਦਾ ਹੱਥ ਕਟਾਤਾ, ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਵੀ ਮੇਰੇ ਦੇਸ਼ 'ਚੋਂ ਤੂੰ ਬਾਹਰ ਹੋ ਜਾ। ਹੁਣ ਕੁਦਰਤੀ ਗੱਲ ਸੀ ਵੀ ਉਹਦੇ ਅੰਦਰ ਰਾਜਿਆਂ ਵਾਲੇ ਗੁਣ ਤਾਂ ਹੈਗੇ ਸੀ, ਕੁਆਲਿਟੀ ਤਾਂ ਹੈਗੀ ਸੀ ਉਹਦੇ ਅੰਦਰ। ਉਹ ਦੂਜੇ ਇਲਾਕੇ ਵਿੱਚ ਰਾਜ ਭਾਗ ਦਾ ਜਾ ਕੇ ਸਮਾਂ ਪਾ ਕੇ ਰਾਜ ਭਾਗ ਦਾ ਮਾਲਕ ਬਣ ਗਿਆ। ਕੁਦਰਤੀ ਗੱਲ ਹੈ, ਜਿਹੜੇ ਘਰ ਦੇ ਤੁਹਾਡੇ ਆਪਣੇ ਕੰਮ ਹੋਣਗੇ ਉਹ ਕਿਤੇ ਨਾ ਕਿਤੇ ਸੰਸਕਾਰ ਦੇ ਅੰਦਰ ਬੈਠੇ ਹੁੰਦੇ ਨੇ। ਜ਼ਿਮੀਂਦਾਰ ਬੰਦਾ ਖੇਤੀਬਾੜੀ ਕਰਦਾ ਹੈ, ਹੁਣ ਉਹ ਵਾਹੀ ਕਰਦਾ, ਉਹਦੇ ਬੱਚੇ ਦੇ ਜੰਮਦੇ ਦੇ ਅੰਦਰ ਸੰਸਕਾਰ ਉੱਦਾਂ ਦੇ ਪਣ ਲੱਗ ਪੈਂਦੇ। ਦੁਕਾਨਦਾਰ ਬੰਦਾ, ਬਿਜ਼ਨਸਮੈਨ ਬੰਦਾ, ਜਿਹੜਾ ਬੰਦਾ ਵਪਾਰੀ ਬੰਦਾ, ਉਹਦਾ ਬੱਚਾ ਜੰਮਦਾ ਹੀ ਉਹ ਉੱਦਾਂ ਸੋਚਦਾ, ਕਿਉਂਕਿ ਜਿੱਦਾਂ ਦੇ ਸੰਸਕਾਰਾਂ 'ਚੋਂ ਪਲਦਾ, ਜਿੱਦਾਂ ਦੇ ਮਾਹੌਲ ਵਿੱਚ ਉਹਦੀ ਪਰਵਰਿਸ਼ ਹੁੰਦੀ ਹੈ ਨਾ, ਉੱਦਾਂ ਦੇ ਮਾਹੌਲ ਦੇ ਵਿੱਚ ਹੀ ਉਹਦਾ ਜਿਹੜਾ ਬ੍ਰੇਨ ਹੈ ਉਹ ਘੜਿਆ ਜਾਂਦਾ, ਉੱਦਾਂ ਦੀ ਸੋਚ ਲੈ ਕੇ ਉਹ ਜ਼ਿੰਦਗੀ ਜਿਉਂਦਾ। ਜੋ ਵੱਡੇ ਕੰਮ ਕਰਦੇ ਆ, ਅੱਗੇ ਆਉਣ ਵਾਲੀ ਪੀੜ੍ਹੀ ਵੀ ਹੌਲੀ ਹੌਲੀ ਉਹਨਾਂ ਸੰਸਕਾਰਾਂ ਨੂੰ ਜਿਹੜੀ ਹੈ ਉਹ ਅੱਗੇ ਵਧਾਉਂਦੀ ਹੈ ਅਤੇ ਫੈਲਾਉਂਦੀ ਹੈ। ਇੱਦਾਂ ਜਿਹੜਾ ਰਾਜਾ ਸਾਰੰਗ ਸੀ, ਉਹਦਾ ਬੇਟਾ ਅਸ ਰਾਜਾ, ਜਿਹੜਾ ਉਹਦੇ ਅੰਦਰ ਕੁਦਰਤੀ ਗੱਲ, ਰਾਜੇ ਦਾ ਬੇਟਾ ਹੋਣ ਕਰਕੇ ਅੰਦਰ ਸੰਸਕਾਰ ਤੇ ਅੰਦਰ ਬੈਠੇ ਸੀ ਨਾ, ਉਹ ਦੂਜੇ ਰਾਜ ਭਾਗ ਦੇ ਵਿੱਚ ਚਲਾ ਗਿਆ। ਉੱਥੇ ਸਮਾਂ ਐਸਾ ਬਣਿਆ ਵੀ ਉਹ ਰਾਜੇ ਦੀ ਡੈਥ ਹੋ ਗਈ, ਉਹਨਾਂ ਸਾਰਿਆਂ ਨੇ ਉਹਨੂੰ ਰਾਜਾ ਬਣਾਤਾ। ਰਾਜੇ ਵਾਲੇ ਉਹਦੇ ਵਿੱਚ ਗੁਣ ਹੋਣ ਕਰਕੇ ਉਹਨੇ ਬਹੁਤ ਸੋਹਣੇ ਤਰੀਕੇ ਨਾਲ ਰਾਜ ਭਾਗ ਜਿਹੜਾ ਚਲਾਇਆ। ਕਿਤੇ ਸਮਾਂ ਆਪਣੀ ਰਫਤਾਰ ਚੱਲਦਾ ਗਿਆ, ਰਾਜੇ ਸਾਰੰਗ ਦੇ ਰਾਜ ਵਿੱਚ ਕਾਲ ਪੈ ਗਿਆ, ਲੋਕ ਭੁੱਖੇ ਮਰ ਲੱਗੇ। ਰਾਜੇ ਸਾਰੰਗ ਨੇ ਨਾ ਆਪਣੇ ਵਜ਼ੀਰ ਨੂੰ ਦੂਜੇ ਰਾਜ ਦੇ ਵਿੱਚੋਂ ਹੈਲਪ ਮੰਗਣ ਵਾਸਤੇ ਭੇਜਿਆ। ਫਿਰ ਜਦੋਂ ਮਦਦ ਵਾਸਤੇ ਉਹਨੇ ਭੇਜਿਆ ਸੀ ਵੀ ਇੱਥੋਂ ਮਦਦ ਲੈ ਕੇ ਆ, ਅਤੇ ਜਦੋਂ ਜਾ ਕੇ ਮਦਦ ਲੈਣ ਗਿਆ ਨਾ ਇਹ ਵਜ਼ੀਰ, ਤਾਂ ਕੁਦਰਤੀ ਗੱਲ ਸੀ, ਜਿਹੜਾ ਅਸ ਸੀ ਉਹਨੇ ਪਹਿਚਾਣ ਲਿਆ ਵਜ਼ੀਰ ਨੂੰ ਵੀ ਇਹ ਤਾਂ ਮੇਰੇ ਬਾਪ ਦਾ ਵਜ਼ੀਰ ਹੈ, ਉਸ ਰਾਜ ਭਾਗ 'ਚੋਂ ਆਇਆ। ਉਹਨੇ ਮਾਣ ਸਨਮਾਨ ਦਿੱਤਾ, ਆਪਣੇ ਕੋਲ ਰੱਖਿਆ। ਜੋ ਵਸਤੂਆਂ ਚਾਹੀਦੀਆਂ ਸੀ ਅਸ ਰਾਜੇ ਨੇ, ਉਹ ਸਾਰੀਆਂ ਵਸਤੂਆਂ ਉਸ ਵਜ਼ੀਰ ਨੂੰ ਦੇ ਦਿੱਤੀਆਂ ਕਿ ਇਹ ਮੇਰੇ ਪਿਤਾ ਦੇ ਰਾਜ ਭਾਗ ਵਿੱਚੋਂ ਆਇਆ, ਵੀ ਜੋ ਕੁਝ ਹੈਗਾ ਇਹਨਾਂ ਦੀ ਮੈਂ ਪੂਰਨ ਤੌਰ 'ਤੇ ਹੈਲਪ ਕਰਾਂ। ਹੁਣ ਜਦੋਂ ਜਾ ਕੇ ਵਜ਼ੀਰ ਨੇ ਸਾਰੀ ਗੱਲ ਰਾਜੇ ਸਾਰੰਗ ਨੂੰ ਦੱਸੀ ਕਿ ਮੈਂ ਜਿਸ ਰਾਜੇ ਕੋਲੋਂ ਹੈਲਪ ਲੈ ਕੇ ਆਇਆ, ਮਦਦ ਲੈ ਕੇ ਆਇਆ, ਪਤਾ ਉਹ ਕੌਣ ਹੈ? ਇਹਦਾ ਕੌਣ ਹੈ? ਕਹਿੰਦਾ ਤੁਹਾਡਾ ਹੀ ਬੇਟਾ ਅਸ, ਜਿਹਨੂੰ ਕਦੀ ਤੁਸੀਂ ਇਲਜ਼ਾਮ ਲਾ ਕੇ ਘਰੋਂ ਕੱਢ ਦਿੱਤਾ ਸੀ। ਸ਼ਾਇਦ ਮੇਰੀ ਤੁਸੀਂ ਉਸ ਵਕਤ ਸੁਣੀ ਵੀ ਨਹੀਂ, ਪਰ ਬਹੁਤ ਕਿਰਦਾਰ ਦਾ ਉੱਚਾ ਸੀ, ਕਰੈਕਟਰ ਦਾ ਉੱਚਾ ਸੀ। ਉਹ ਇੰਨਾ ਗਲਤ ਨਹੀਂ ਸੀ ਹੈਗਾ ਜਿਹਨੂੰ ਉਹਨੂੰ ਬਣਾ ਦਿੱਤਾ ਗਿਆ। ਉਹ ਗਲਤ ਤਾਂ ਹੈ ਹੀ ਨਹੀਂ ਸੀ, ਉਹ ਤਾਂ ਵਧੀਆ ਸੋਚ ਦਾ ਮਾਲਕ ਸੀ, ਉਹ ਤਾਂ ਕਿਰਦਾਰ ਦਾ ਉੱਚਾ ਸੀ, ਬਹੁਤ ਸੋਚ ਉਹਦੀ ਵਧੀਆ ਸੀ। ਆ ਵੇਖ ਤੁਹਾਡੇ ਸਾਹਮਣੇ ਕਿ ਆਪਾਂ ਉਹਦੇ ਨਾਲ ਧੱਕਾ ਕੀਤਾ, ਉਹਦੀ ਬਾਂਹ ਤੱਕ ਕੱਢ ਦਿੱਤੀ, ਪਰ ਫਿਰ ਵੀ ਉਹਨੇ ਉਹ ਵੈਰ ਵਿਰੋਧ ਆਪਣੇ ਅੰਦਰ ਰੱਖਿਆ, ਲੋੜ ਪੈਣ 'ਤੇ ਸਾਡੀ ਹੈਲਪ ਕੀਤੀ ਹੈ। ਕੁਦਰਤੀ ਗੱਲ ਹੈ, ਰਾਜੇ ਸਾਰੰਗ ਨੂੰ ਆਪਣੀ ਕੀਤੀ 'ਤੇ ਪਛਤਾਵਾ ਹੋਇਆ। ਉਹਨੇ ਫਿਰ ਖੱਤ ਲਿਖਿਆ, ਉਹਨੇ ਕਿਹਾ ਵੀ ਮੇਰੇ ਬੇਟੇ ਨੂੰ ਕਹੋ ਮੇਰੇ ਕੋਲ ਵਾਪਸ ਆ ਜਾਏ। ਹੁਣ ਇਹ ਕੁਦਰਤੀ ਗੱਲ ਹੈ, ਉਹ ਰਾਜ ਭਾਗ 'ਤੇ ਛਾਂ ਵੀ ਰਿਹਾ ਸੀ। ਇੱਧਰ ਜਦੋਂ ਰਾਜ ਭਾਗ ਦਾ ਪਤਾ ਲੱਗਾ ਵੀ ਰਾਜਾ ਸਾਰੰਗ ਆਪਣੇ ਬੇਟੇ ਨੂੰ ਰਾਜ ਭਾਗ ਦੇਣ ਲਈ ਵਾਪਸ ਆਪਣੇ ਰਾਜ ਵਿੱਚ ਫਿਰ ਬੁਲਾ ਰਿਹਾ, ਅਤੇ ਜਿਹੜੀ ਦੂਜੀ ਪਤਨੀ ਸੀ ਨਾ ਰਾਜੇ ਸਾਰੰਗ ਦੀ, ਉਹਦੀ ਕੁੱਖ ਤੋਂ 2 ਪੁੱਤਰਾਂ ਨੇ ਜਨਮ ਲਿਆ ਸੀ, ਖਾਨ ਅਤੇ ਸੁਲਤਾਨ। ਜਿਹੜੀ ਮਤਰੇਈ ਮਾਂ ਆਈ ਨਾ ਰਾਜੇ ਅਸ ਦੀ, ਉਹਦੀ ਕੁੱਖ ਤੋਂ ਫਿਰ 2 ਪੁੱਤਰਾਂ ਨੇ ਜਨਮ ਲਿਆ, ਉਹਦਾ ਨਾਂ ਸੀ ਖਾਨ ਅਤੇ ਸੁਲਤਾਨ। ਹੁਣ ਜਦੋਂ ਉਹਨਾਂ 2 ਪੁੱਤਰਾਂ ਨੂੰ ਪਤਾ ਲੱਗਾ ਵੀ ਸਾਡਾ ਜਿਹੜਾ ਭਰਾ ਹੁਣ ਵਾ ਉਹ ਜਦੋਂ ਵਾਪਸ ਆਏਗਾ ਤਾਂ ਰਾਜ ਭਾਗ, ਕੁਦਰਤੀ ਗੱਲ ਹੈ, ਵੰਡਿਆ ਜਾਏਗਾ। ਵੰਡਿਆ ਕੀ ਜਾਏਗਾ? ਉਹਦੇ 'ਚ ਗੁਣ ਵਾ, ਕੁਆਲਿਟੀ ਆ, ਰਾਜ ਭਾਗ ਉਹਨੂੰ ਮਿਲ ਜਾਣਾ ਸੀ ਅਤੇ ਪਿੱਛੇ ਰਹਿ ਜਾਣਾ। ਹੁਣ ਕੁਦਰਤੀ ਗੱਲ ਹੈ ਕਿ ਉਹ ਦੋਵੇਂ ਜਾਣੇ ਫਿਰ ਆਪਣੇ ਭਰਾ ਨਾਲ ਜੰਗ ਕਰਦੇ ਆ, ਅਤੇ ਰਾਜਾ ਜਿਹੜਾ, ਕਿਉਂਕਿ ਹੁਣ ਜਿਹੜਾ ਅਸ ਰਾਜਾ ਨਾ, ਉਹਦੇ ਅੰਦਰ ਰਾਜ ਭਾਗ ਦੀ ਕੋਈ ਲਾਲਸਾ ਨਹੀਂ ਹੈਗੀ, ਉਹ ਤਾਂ ਆਲਰੇਡੀ ਪਹਿਲਾਂ ਹੀ ਬਾਦਸ਼ਾਹ ਬਣਿਆ ਹੋਇਆ, ਰਾਜਾ ਆਪਣੇ ਇਲਾਕੇ ਚਲਾ ਰਿਹਾ, ਉਹ ਤਾਂ ਰਾਜ ਭਾਗ। ਇਹ ਤਾਂ ਪਿਤਾ ਨਾ ਬੁਲਾਉਂਦਾ ਤਾਂ ਉਹਨੇ ਆਉਣਾ ਹੀ ਨਹੀਂ ਸੀ। ਹੁਣ ਪਿਤਾ ਬੁਲਾ ਰਿਹਾ, ਉਹ ਆ ਰਿਹਾ। ਇਹ ਦੋਵੇਂ ਭਰਾ ਈਰਖਾਵਸ ਹੋ ਕੇ, ਜਿਵੇਂ ਅੱਜ ਵੀ ਸਮਾਜ ਵੇਖੋ ਜਾਇਦਾਦਾਂ ਦੀਆਂ ਲੜਾਈਆਂ ਹੁੰਦੀਆਂ, ਇੱਕ ਸਹੀ ਹੁੰਦਾ, ਇੱਕ ਗਲਤ ਹੁੰਦਾ, ਕਤਲ ਹੋ ਜਾਂਦੇ ਨੇ। ਉਹ ਦੋਵੇਂ ਭਰਾ ਖਾਨ ਅਤੇ ਸੁਲਤਾਨ ਅਸ ਰਾਜੇ ਨਾਲ ਫਿਰ ਉਹਦੇ ਨਾਲ ਵਿਰੋਧ ਕਰਦੇ ਆ। ਉਹ ਜੰਗ ਕਰਦਾ ਫਿਰ, ਅਤੇ ਇਹ ਜਿੱਤ ਪ੍ਰਾਪਤ ਕਰਦਾ, ਆਪਣੇ ਪਿਤਾ ਅੱਗੇ ਨਮਸਕਾਰ ਕਰਦਾ। ਪਿਤਾ ਫਿਰ ਆਪਣੀ ਸਰਬਸੰਮਤੀ ਦੇ ਨਾਲ ਉਹਨੂੰ ਸਾਰਾ ਰਾਜ ਭਾਗ ਰਾਜੇ ਅਸ ਨੂੰ ਦੇ ਦਿੰਦਾ। ਉਸ ਵਕਤ ਫਿਰ ਜਿਹੜੇ ਢਾਡੀ ਸਨ, ਉਹਨਾਂ ਨੇ ਫਿਰ ਰਾਜੇ ਅਸ ਦੇ ਉੱਤੇ ਵਾਰ ਗਾਈ ਕਿ ਰਾਜਾ ਅਸ ਕਿੱਡਾ ਕਰੈਕਟਰ ਦਾ ਮਾਲਕ ਹੈ, ਵੀ ਜੇ ਉਹਨੂੰ ਕਾਮ ਵਾਸ਼ਨਾ ਵਾਲੇ ਬੰਨਿਓ ਉਹਦੀ ਮਾਂ ਡਲਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਨਹੀਂ ਡੋਲਿਆ। ਪਿਤਾ
ਨੂੰ ਉਕਸਾ ਕੇ ਉਹਦਾ ਹੱਥ ਵਢਾਤਾ। ਉਹ ਸਾਰਾ ਤਸ਼ੱਦਦ ਆਪਣੇ ਤਨ ਦੇ ਉੱਤੇ ਸਹਿੰਦੇ ਹੋਇਆਂ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਚਲਾ ਗਿਆ। ਆਪਣੇ ਗੁਣਾਂ ਦੀ ਬਦੌਲਤ ਉਹ ਕਿੱਥੋਂ ਦਾ ਕਿੱਥੇ ਪਹੁੰਚਿਆ, ਫਿਰ ਰਾਜਾ ਬਣਿਆ। ਅਤੇ ਜਦੋਂ ਲੋੜ ਪਈ ਤਾਂ ਆਪਣੇ ਪਿਤਾ ਦੀ ਫਿਰ ਹੈਲਪ ਕੀਤੀ। ਯਾਨੀ ਕਿ ਕੋਈ ਵੈਰ ਵਿਰੋਧ ਨਹੀਂ ਹੈ, ਈਰਖਾ ਨਹੀਂ ਹੈ ਵੀ ਮੈਂ ਤੁਹਾਡੀ ਹੈਲਪ ਕਿਉਂ ਕਰਾਂ, ਵੀ ਤੁਸੀਂ ਤਾਂ ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ। ਉਹਨੇ ਫਿਰ ਹੈਲਪ ਕੀਤੀ। ਤਾਂ ਇਹ ਕਿਰਦਾਰ ਸੀ, ਕਰੈਕਟਰ ਉੱਚੇ ਦੀ ਗੱਲ ਸੀ, ਅਤੇ ਕਿਰਦਾਰ ਦੇ ਉੱਤੇ ਵਾਰ ਲਿਖੀ ਗਈ ਅਤੇ ਢਾਡੀਆਂ ਨੇ ਵਾਰਾਂ ਗਾਈਆਂ। ਜਦੋਂ ਗੁਰੂ ਅਰਜਨ ਸਾਹਿਬ ਜੀ ਫਿਰ ਇਸ ਵਾਰ ਨੂੰ ਇੱਦਾਂ ਅੰਕਿਤ ਕਰਦੇ ਆ ਅਤੇ ਕਹਿੰਦੇ ਇਸ ਜਿਹੜੀ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਵਾਰ ਹੈ, ਇਹਨੂੰ ਟੁੰਡੇ ਅਸ ਰਾਜੇ ਕੀ ਧੁਨੀ, ਭਾਵ ਇਸ ਧੁਨ ਦੇ ਉੱਤੇ ਗਾਉਣਾ ਕਿਤੇ ਬਾਣੀ ਪੜ੍ਹਨ ਵਾਲਾ ਸਿੱਖ ਆਪਣਾ ਕਿਰਦਾਰ ਇੱਦਾਂ ਦਾ ਉੱਚਾ ਬਣਾ ਸਕੇ। ਹੁਣ ਵਾਰ ਜਦੋਂ ਢਾਡੀ ਗਾਉਂਦੇ ਸੀ ਅਤੇ ਤੁਸੀਂ ਵੇਖਿਆ ਜਦੋਂ ਢਾਡੀ ਵਾਰਾਂ ਗਾਉਂਦੇ ਆ ਅਤੇ ਕਾਇਰ ਤੋਂ ਕਾਇਰ ਬੰਦੇ ਦੇ ਅੰਦਰ ਵੀ ਜੋਸ਼ ਆਉਂਦਾ। ਹੁਣ ਵੇਖੋ ਦੋ ਕਿਸਮ ਦੀਆਂ ਗੱਲਾਂ ਇਹ 'ਚ, ਵਾਰਾਂ ਢਾਡੀ ਗਾਉਂਦੇ ਆ ਅਤੇ ਆਮ ਬੰਦੇ ਅੰਦਰ ਵੀ ਜੋਸ਼ ਭਰਦਾ ਸੀ ਦੁਸ਼ਮਣ ਨਾਲ ਲੜਨ ਵਾਸਤੇ। ਜਦੋਂ ਅਸੀਂ ਬਾਣੀ ਦੀਆਂ ਇਹ ਵਾਰਾਂ ਪੜ੍ਹਨੀਆਂ, ਇੱਥੇ ਵੀ ਅਸੀਂ ਦੁਸ਼ਮਣ ਨਾਲ ਲੜਨ ਦਾ ਆਪਣੇ ਅੰਦਰ ਤਾਕਤ ਪੈਦਾ ਕਰਨੀ ਹੈ। ਇੱਥੇ ਦੁਸ਼ਮਣ ਕਿਹੜੇ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਸੀਂ ਇਸ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਆਪਣੇ ਅੰਦਰ ਜੋਸ਼, ਉਹ ਬਲ ਪੈਦਾ ਕਰਨਾ ਕਿ ਸਾਡੇ ਅੰਦਰ ਵੀ ਉਹ ਕਿਰਦਾਰ ਅਤੇ ਕਰੈਕਟਰ ਪੈਦਾ ਹੋ ਸਕੇ। ਅਸੀਂ ਇਹਨਾਂ ਨੂੰ ਗੱਲਾਂ ਨੂੰ ਸਮਝ ਸਕੀਏ ਵੀ ਇੱਥੇ ਰਾਜੇ ਅਸ ਦਾ ਉਹ ਪੱਖ ਲਿਆ, ਉਹਦੇ ਕਿਰਦਾਰ ਵਾਲਾ, ਉਹਦੇ ਕਰੈਕਟਰ ਵਾਲਾ, ਵੀ ਕਾਸ਼ ਬਾਣੀ ਪੜ੍ਹਨ ਵਾਲਾ ਸਿੱਖ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੁਣ ਧਾਰਨ ਕਰ ਸਕੇ। ਤੋ ਖੈਰ, ਇਹ ਆਸਾ ਰਾਗ ਦੀ ਉਚਾਰਨ ਕੀਤੀ ਹੋਈ ਜਿਹੜੀ ਵਾਰ ਹੈ, ਇਹਦੀਆਂ ਕੁੱਲ 24 ਪੌੜੀਆਂ ਨੇ। ਇਹਦੇ ਨਾਲ ਨਾਲ ਸਲੋਕ ਵੀ ਵਿੱਚ ਦਿੱਤੇ ਹੋਏ ਨੇ, ਕਿਤੇ ਸਲੋਕ 4 ਨੇ, ਕਿਤੇ 3 ਨੇ, ਕਿਤੇ 5 ਨੇ। ਬਾ ਕਮਾਲ ਵਿਚਾਰਾਂ ਇਹਦੇ ਵਿੱਚ। ਗੁਰੂ ਸਾਹਿਬ ਜੀ ਨੇ ਭਾਵੇਂ ਉੱਥੇ ਬ੍ਰਾਹਮਣ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਸੀ ਵੀ ਜਨੇਊ ਪਾਲਾ ਭਾਈ, ਇਹਦੇ ਨਾਲ ਤੂੰ ਧਰਮੀ ਬਣ ਜਾਏਗਾ। ਇੱਥੇ ਉਸ ਕਰਮਕਾਂਡ ਦਾ ਵੀ ਖੰਡਨ ਕੀਤਾ ਵੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਹਾਈ ਤਾਂ ਪਾਂਡੇ ਕਤ। ਅਤੇ ਜੇ ਇਸਲਾਮ ਇਹ ਗੱਲ ਦਾ ਦਾਅਵਾ ਕਰਦਾ ਸੀ ਵੀ ਨਮਾਜ਼ਾਂ ਵੀ ਪੜ੍ਹੀਆਂ ਜਾ ਰਹੀਆਂ ਸੀ ਪਰ ਲੋਕਾਂ ਦੇ ਗਲ ਵੀ ਵੱਢੇ ਜਾ ਰਹੇ ਸੀ, ਉੱਥੇ ਵੀ ਕਹਿਤਾ ਮਾਨਸ ਖਾਣੇ ਕਰੇ ਨਵਾਜ਼, ਸ਼ੁਰੀ ਵਗਾਇਨ ਤਿੰਨ ਗਲ ਤਾਗ, ਅਤੇ ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇ ਉਹੀ ਸਾਧ। ਕੂੜੀ ਰਾਸ ਕੂੜਾ ਵਪਾਰ ਕੂੜ ਬੋਲ, ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਜਿਹੜੇ ਲੋਕ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਕਰਮਕਾਂਡ ਕਰਦੇ ਸੀ, ਉਹਨਾਂ ਦਾ ਜ਼ਿਕਰ ਵੀ ਇਸ ਬਾਣੀ ਵਿੱਚ ਕੀਤਾ। ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ ਅੱਗੇ ਵਸਤ ਸਜਾਣੀ ਹੈ, ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ, ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ। ਹੁਣ ਤੁਸੀਂ ਵੇਖਿਆ ਹੋਗਾ ਆਸਾ ਕੀ ਵਾਰ ਲਗਭਗ ਸਵੇਰ ਦੇ ਟਾਈਮ ਗੁਰਦੁਆਰਿਆਂ ਵਿੱਚ ਪੜ੍ਹੀ ਜਾਂਦੀ ਹੈ, ਅਤੇ ਅੱਧੇ ਉਸ ਵਕਤ ਕੀ ਬਹੁਤ ਗਿਣਤੀ ਹੈ ਜੇ ਉਸ ਵਕਤ ਤੋਂ ਹੀ ਸੁੱਤੀ ਹੁੰਦੀ ਹੈ। ਹੁਣ ਇਹ ਕਿੱਡੀ ਕਮਾਲ ਦੀ ਬਾਣੀ ਹੈ। ਜਿਵੇਂ ਸੁਖਮਣੀ ਬਾਣੀ ਦੇ ਨਾਂ 'ਤੇ ਕਿੰਨੀਆਂ ਸੁਸਾਇਟੀਆਂ ਬਣ ਗਈਆਂ, ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ, ਮੇਰੇ ਖਿਆਲ 'ਚ ਇੱਕ ਇੱਕ ਸ਼ਹਿਰ 'ਚ 4 ਹੋਣੀਆਂ ਨੇ। ਪਰ ਤੁਸੀਂ ਆਪਣੇ ਜੀਵਨ ਕਾਲ 'ਚ ਕਿਤੇ ਆਸਾ ਕੀ ਵਾਰ ਦੀ ਕੋਈ ਸੁਸਾਇਟੀ ਵੇਖੀ ਵੀ ਕਿਤੇ ਇਹਦੀ ਵੀ ਸੁਸਾਇਟੀ ਬਣੀ ਹੋਵੇ, ਇਹਦੀ ਵੀ ਗੱਲ ਘਰ ਘਰ ਚੱਲੇ? ਇਹਦੇ ਬਾਰੇ ਤਾਂ ਅਸੀਂ ਤੁਰੇ ਹੀ ਨਹੀਂ ਵੀ ਐਡੀ ਕਮਾਲ ਦੀ ਬਾਣੀ ਜਿਹਦੇ ਵਿੱਚ ਹਰ ਕਰਮਕਾਂਡ ਦੀ ਗੱਲ ਕੀਤੀ ਗਈ ਹੈ। ਭਾਵੇਂ ਪੋਲੀਟੀਕਲ ਬੰਦੇ, ਜਿਹੜੇ ਰਾਜਨੀਤਿਕ ਲੋਕ ਸੀ, ਜਿਹੜੇ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਵੀ ਜੇ ਰਾਜਾ ਵੀ ਬਣਨਾ ਕਿੱਦਾਂ ਦਾ ਬਣਨਾ, ਕਿੱਦਾਂ ਦਾ ਰਾਜ, ਅੰਧੀ ਰਹੀ ਹੈ ਅਤੇ ਗਿਆਨ ਵੀ ਹੋਣੀ ਭਾ ਭਰੇ ਮਰਦਾਰ। ਹਰ ਪੱਖ ਦੀ ਗੱਲ ਆਸਾ ਦੀ ਵਾਰ ਦੇ ਵਿੱਚ ਕੀਤੀ ਹੋਈ ਹੈ। ਕਿੰਨੇ ਸੋਹਣੇ ਤਰੀਕੇ ਨਾਲ ਸਤਿਗੁਰ ਨੇ ਮੋਤੀ ਪਰੋਏ ਹੋਏ ਨੇ। ਤਾਂ ਬਾਣੀ ਤਾਂ ਸਾਰੀ ਬੜੀ ਕਮਾਲ ਦੀ ਹੈ, ਪਰ ਕੁਝ ਬਾਣੀ ਨੂੰ ਇੱਦਾਂ ਨਾ ਇੱਕ ਥਾਂ 'ਤੇ ਗੁਰੂ ਸਾਹਿਬ ਨੇ ਇਹਦਾ ਸਾਰਾ ਵਿਸ਼ਾ ਵਸਤੂ ਸਮਝਾਉਣ ਵਾਸਤੇ, ਸਾਰੇ ਸਬਜੈਕਟ ਸਮਝਾਉਣ ਵਾਸਤੇ ਇੱਦਾਂ ਮੋਤੀ ਪਰੋ ਕੇ ਸਾਡੇ ਸਾਹਮਣੇ ਰੱਖੇ ਹੋਏ ਨੇ। ਵੈਸੇ ਤਾਂ ਤੁਸੀਂ ਇੱਕ ਓਂਕਾਰ ਤੋਂ ਲੈ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਸਮਝ ਲਓ, ਵਿਚਾਰ ਲਓ, ਅਤੇ ਬਾ ਕਮਾਲ ਹੈ। ਪਰ ਕੁਝ ਬਾਣੀਆਂ ਸਾਡੇ ਨਿਤਨੇਮ ਦਾ ਹਿੱਸਾ ਹੋਣ ਕਰਕੇ ਸਾਡਾ ਪਹਿਲ ਦੇ ਆਧਾਰ 'ਤੇ ਫਰਜ਼ ਬਣਦਾ ਵੀ ਇਹਨਾਂ ਬਾਣੀਆਂ ਨੂੰ ਧਿਆਨ ਨਾਲ ਸਮਝ ਸਕੀਏ। ਤਾਂ ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ, ਬਹੁਤੇ ਅਜੇ ਇਹਨੂੰ ਗਾਉਣ ਵਾਲੇ ਵੀ ਨਹੀਂ ਸਮਝ ਸਕੇ, ਜਿਹੜੇ ਗਾਉਣ ਦਾ ਦਾਅਵਾ ਕਰਦੇ ਨੇ ਵੀ ਮੈਨੂੰ ਇਹਨੂੰ ਬੜੀ ਬਾਣੀ ਦਾ ਪਤਾ ਹੈ। ਕਿਉਂਕਿ ਜੇ ਪੱਕੀ ਗੱਲ ਹੈ ਵੀ ਜਿੱਥੇ ਬਾਣੀ 'ਚ ਕਹਿਤਾ ਵੀ ਜੇ ਮੁਹਾਕਾ ਘਰ ਮੋਹ ਹੈ, ਵੀ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਜਿਹੜੇ ਲੋਕ ਰਜਾਈਆਂ, ਤਲਾਈਆਂ, ਸਰਾਣੇ, ਕੌਲੇ, ਚਿਮਚੇ, ਇਹ ਬਰਤਨ ਜਾ ਕੇ ਗੁਰਦੁਆਰਾ 'ਚ ਦਿੰਦੇ ਵੀ ਸ਼ਾਇਦ ਇਹ ਦੇਣ ਨਾਲ ਸਾਡੇ ਦੁਨੀਆ ਤੋਂ ਜਾ ਚੁੱਕੇ ਪਾਪਾ ਜੀ, ਬੀਬੀ ਜੀ ਨੂੰ ਮਿਲ ਜਾਣੇ ਆ। ਆਸਾ ਦੇ ਵਾਰ ਦੇ ਵਿੱਚ ਤਾਂ ਗੁਰਦੇਵ ਜੀ ਨੇ ਮਤਲਬ ਪਾ ਜੁਗੇੜੇ ਪਏ ਨੇ ਵੀ ਭਾਈ ਜੇ ਇੱਦਾਂ ਹੁੰਦਾ ਹੋਵੇ ਤਾਂ ਫਿਰ ਤਾਂ ਜਿਸ ਬੰਦੇ ਕੋਲ ਪੈਸੇ ਨਹੀਂ, ਉਹਨੇ ਕਿਸੇ ਘਰੋਂ ਚੋਰੀ ਕੀਤੀ, ਚੋਰੀ ਕਰਕੇ ਉਹਨੇ ਆਪਣੇ ਦਾਦਿਆਂ ਪੜਦਾਦਿਆਂ ਦੇ ਨਾਂ ਤਾਂ ਸਰਾਧ ਕਰਾਤਾ, ਇਹਦੇ ਨਾਲ ਤਾਂ ਉਹਦੇ ਦਾਦੇ ਪੜਦਾਦੇ ਵੀ ਚੋਰ ਬਣ ਜਾਣਗੇ। ਤਾਂ ਖੈਰ ਇੱਦਾਂ ਦੀਆਂ ਕਿੰਨੀਆਂ ਸੋਹਣੀਆਂ ਗੱਲਾਂ ਗੁਰੂ ਸਾਹਿਬ ਜੀ ਨੇ ਇਸ ਆਸਾ ਰਾਗ ਦੀ ਬਾਣੀ ਦੇ ਵਿੱਚ ਕੀਤੀਆਂ ਹੋਈਆਂ ਨੇ। ਇਹਨੂੰ ਆਪਾਂ ਪੜ੍ਹਨਾ ਵੀ ਆ, ਸਮਝਣਾ ਵੀ ਆ, ਵਿਚਾਰਨਾ ਵੀ ਆ, ਕੱਲੀ ਕੱਲੀ ਪੌੜੀ ਨੂੰ ਸਮਝਦੇ ਜਾਣਾ ਆਪਾਂ। ਕਿਉਂਕਿ ਆਪਾਂ ਆਰੰਭ ਦੇ ਵਿੱਚ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਦਿੱਤੀ ਹੈ ਕਿ ਇੱਕ ਤਾਂ ਸਾਡਾ ਧਿਆਨ ਟਿਕਿਆ ਰਹੇ, ਸੁਰਤ ਟਿਕੀ ਰਹੇ ਇਸ ਬਾਣੀ ਦੇ ਵਿੱਚ, ਅਸੀਂ ਸਮਝ ਸਕੀਏ
ਕੋਸ਼ਿਸ਼ ਕਰੋ ਵੀ ਆਪਾਂ ਕੱਲੀ ਕੱਲੀ ਪੌੜੀ ਨਾਲ ਸਲੋਕ, ਕਿਉਂਕਿ ਜਦੋਂ ਵੀ ਆਪਾਂ ਇਸ ਵਾਰ ਨੂੰ ਆਰੰਭ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਜਿਵੇਂ ਪਹਿਲੀ ਪੌੜੀ, ਆਪੀ ਨੇ ਆਪ ਸਾਜਿਓ ਆਪੀ ਨ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰਾਸਨ ਡਿਠੋ ਚਾਓ। ਇਹ ਆਸਾ ਦੀ ਜਿਹੜੀ ਵਾਰ ਹੈ, ਆਸਾ ਕੀ ਵਾਰ ਹੈ, ਉਹਦੀ ਜਦੋਂ ਆਰੰਭ ਹੁੰਦੀ ਹੈ ਪਹਿਲੀ ਪੌੜੀ ਹੈ। ਪਹਿਲੀ ਪੌੜੀ ਦੇ ਨਾਲ ਇੱਦਾਂ 3 ਸਲੋਕ ਆਏ ਨੇ। ਆਪਾਂ ਇੱਦਾਂ ਕੱਲੀ ਕੱਲੀ ਪੌੜੀ ਦੇ ਨਾਲ ਸਲੋਕ ਜਿਹੜੇ ਆਉਂਦੇ ਜਾਣੇ ਆ। ਸਭ ਤੋਂ ਪਹਿਲਾਂ ਆਪਾਂ ਪੌੜੀ ਵਿਚਾਰਿਆ ਕਰਾਂਗੇ, ਫਿਰ ਆਪਾਂ ਆਰੰਭ ਵਾਲੇ ਸਲੋਕ ਵਿਚਾਰਿਆ ਕਰਾਂਗੇ, ਇੱਦਾਂ ਹੀ, ਤਾਂ ਕਿ ਆਪਾਂ ਨੂੰ ਸਮਝ ਲੱਗ ਸਕੇ। ਕਿਉਂਕਿ ਜਿਵੇਂ ਸ਼ਬਦਾਂ ਵਿੱਚ ਰਹਾਉ ਦਾ ਬੰਦ ਹੁੰਦਾ, ਸ਼ਬਦ ਦਾ ਕੇਂਦਰੀ ਭਾਵ ਹੈ, ਇੱਦਾਂ ਜਿਹੜੀਆਂ ਵਾਰਾਂ ਹੁੰਦੀਆਂ ਨੇ ਉਹਦਾ ਰਹਾਉ ਦਾ ਬੰਦ ਜਿਹੜੀ ਹੈ ਉਹ ਮੇਨ ਆਪਾਂ ਪੌੜੀ ਤੋਂ ਆਰੰਭ ਕਰਦੇ ਹਾਂ। ਪਰ ਜਿਹੜੀ ਆਸਾ ਰਾਗ ਦੇ ਵਿੱਚ ਜਿਹੜਾ ਰਹਾਉ ਦਾ ਬੰਦ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਕੁਰਬਾਨ ਜਾਨਾ ਜਿਹੜਾ ਕੁਦਰਤ ਬਣਾ ਕੇ ਉਹਦੇ ਵਿੱਚ ਵਸਿਆ ਹੋਇਆ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਪਰ ਨਾਲ ਇਹ ਵੀ ਕਹਿਤਾ ਉਸ ਪਰਮਾਤਮਾ ਨੂੰ ਪਾਉਣ ਦੇ ਪ੍ਰਤੀ ਕਿੰਨਿਆਂ ਲੋਕਾਂ ਦੇ ਵਿੱਚ ਕਿੰਨਾ ਤਰ੍ਹਾਂ ਦੇ ਭੁਲੇਖੇ ਸੀ। ਕੋਈ ਕਹਿੰਦਾ ਸੀ ਜਨੇਊ ਪਾ ਫੇ ਪਾਇਆ ਜਾਣਾ, ਕੋਈ ਕਹਿੰਦਾ ਸੀ ਤੈਨੂੰ ਆਹ ਸ਼ਰ੍ਹਾ ਅਪਣਾਉਣੀ ਪਵੇਗੀ ਫੇ ਪਾਇਆ ਜਾਣਾ, ਕੋਈ ਕਹਿੰਦਾ ਸੀ ਨਹੀਂ ਭਾਈ ਜਿਉਂਦੇ ਜੀ ਭਾਵੇਂ ਕੁਝ ਨਾ ਕਰੋ, ਮਰਨ ਤੋਂ ਬਾਅਦ ਤੁਸੀਂ ਆਹ ਕਰਮਕਾਂਡ ਕਰ ਲਓ, ਸ਼ਾਇਦ ਇਹਦੇ ਨਾਲ ਗੱਲ ਬਣ ਜਾਏ। ਸਾਰਿਆਂ ਦੇ ਪਾਜ ਗੁਰੂ ਪਾਤਸ਼ਾਹ ਜੀ ਨੇ ਉਘੇੜ ਦਿੱਤੇ ਅਤੇ ਗੱਲ ਸਾਨੂੰ ਸਮਝਾ ਦਿੱਤਾ ਵੀ ਨਹੀਂ ਭਾਈ, ਬਾਣੀ ਸਮਝ ਕੇ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਆਪਾਂ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਸਮਝ ਸਕੀਏ। ਅਤੇ ਕਿੰਨਾ ਸੋਹਣਾ ਜ਼ਿੰਮੇਵਾਰੀ ਵਾਲਾ ਕੰਮ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਕਿ ਇੱਦਾਂ ਜਦੋਂ ਮੋਤੀ ਪਰੋਏ ਨੇ। ਵੈਸੇ ਤਾਂ ਜਦੋਂ ਵੀ ਕੋਈ ਬਾਣੀ ਆਰੰਭ ਹੁੰਦੀ ਹੈ ਉਹਦੇ ਜਿਹੜੇ ਸਿਰਲੇਖ ਬੱਧੇ ਨੇ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਨਾਲ ਬੱਧੇ ਨੇ। ਕਿੰਨੀ ਦੂਰ ਅੰਦੇਸ਼ੀ ਨਾਲ, ਕਿੰਨੀ ਸਿਆਣਪ ਨਾਲ ਇਹ ਕੰਮ ਕੀਤਾ ਗੁਰੂ ਪਾਤਸ਼ਾਹ ਜੀ ਨੇ। ਤਾਂ ਆਓ ਆਪਾਂ ਪਾਤਸ਼ਾਹ ਦੀ ਕੀਤੀ ਹੋਈ ਇਹ ਘਾਲ ਕਮਾਈ, ਕੀਤੀ ਹੋਈ ਸੇਵਾ, ਇਹਦਾ ਫਾਇਦਾ ਚੱਕ ਸਕੀਏ, ਇਹਦਾ ਲਾਭ ਉਠਾ ਸਕੀਏ ਅਤੇ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣ ਵਾਸਤੇ ਤਿਆਰ ਕਰ ਸਕੀਏ। ਕਿਉਂਕਿ ਇਕੱਲਾ ਬਾਹਰ ਤੱਕ ਨਮਸਕਾਰਾਂ ਕਰਨ ਤੱਕ ਸੀਮਿਤ ਨਾ ਰਹੋ ਕਿ ਨਮਸਕਾਰਾਂ ਕੀਤੀਆਂ, ਪਰਿਕਰਮਾ ਕੀਤੀਆਂ ਅਤੇ ਆਪਣੇ ਘਰ ਨੂੰ ਚਲੇ ਗਏ। ਭਾਈ ਬਾਣੀ ਸਮਝੋ, ਪੜ੍ਹੋ, ਵਿਚਾਰੋ। ਬਹੁਤ ਨੇ ਜਿਨ੍ਹਾਂ ਨੂੰ ਆਸਾ ਕੀ ਵਾਰ ਮੂੰਹ ਜ਼ਬਾਨੀ ਯਾਦ ਹੈ, ਸੁਖਮਣੀ ਬਾਣੀ ਮੂੰਹ ਜ਼ਬਾਨੀ ਯਾਦ ਹੈ, ਪਰ ਕੱਲੀ ਕੰਠ ਕਰਨ ਨਾਲ ਕੀ ਹੋ ਜਾਏਗਾ ਜੇ ਸਾਨੂੰ ਉਹਦੇ ਅਰਥ ਭਾਵ ਹੀ ਨਹੀਂ ਪਤਾ ਹੀ ਨਹੀਂ ਵੀ ਗੁਰੂ ਸਾਹਿਬ ਕਹਿੰਦੇ ਕੀ ਨੇ। ਬਾਣੀ ਲਿਖਿਆ ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਨ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਮਿੱਤਰੋ, ਗੁਰੂ ਦੀ ਚਾਲ ਦੇ ਨਾਲ ਚਾਲ ਲਾ ਕੇ ਤੁਰੋ, ਜੋ ਗੁਰ ਕਹੇ ਸੋਈ ਭਲ ਮਨ, ਹਰ ਹਰ ਕਥਾ ਨਿਰਾਲੀ। ਆਪਣੀ ਜ਼ਿੰਦਗੀ ਦੀ ਇਸ ਕਥਾ ਨੂੰ, ਇਸ ਜ਼ਿੰਦਗੀ ਦੀ ਜੀਉਣ ਦੀ ਸ਼ੈਲੀ ਨੂੰ ਵਧੀਆ ਬਣਾਉਣ ਵਾਸਤੇ ਗੁਰੂ ਦੀ ਗੱਲ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਬਾਣੀ ਨੂੰ ਇੱਦਾਂ ਸਮਝਦੇ ਜਾਈਏ, ਵਿਚਾਰਦੇ ਜਾਈਏ। ਤਾਂ ਜੋ ਇਹਦੇ ਵਿੱਚ ਵਿਸ਼ੇ ਸਾਨੂੰ ਦੱਸੇ ਹੋਏ ਨੇ, ਜਿਵੇਂ ਆਪਾਂ ਜਪ ਬਾਣੀ ਵਿੱਚ ਨਹੀਂ ਸੀ ਵੇਖਿਆ ਵੀ ਹਰ ਵਿਸ਼ੇ ਨੂੰ ਗੁਰੂ ਸਾਹਿਬ ਨੇ ਟੱਚ ਕੀਤਾ, ਹਰ ਵਿਸ਼ੇ ਦੀ ਗੱਲ ਕੀ। ਇੱਦਾਂ ਹੀ ਇਹ ਜਿਹੜੀ ਆਸਾ ਕੀ ਵਾਰ ਹੈ ਇਹਦੇ ਵਿੱਚ ਵੀ ਗੁਰਦੇਵ ਜੀ ਨੇ ਹਰ ਵਿਸ਼ੇ ਦੇ ਉੱਤੇ ਗੱਲ ਕੀਤੀ ਹੋਈ ਹੈ। ਭਾਵੇਂ ਉਹ ਉਸ ਵਕਤ ਦੇ ਅਖੌਤੀ ਰਾਜਨੀਤਿਕ ਲੋਕ ਸੀ ਜਾਂ ਉਸ ਵਕਤ ਦੇ ਅਖੌਤੀ ਧਾਰਮਿਕ ਲੋਕ ਸੀ ਜਿਹੜੇ ਵਿਖਾਵੇ ਦੇ ਧਾਰਮਿਕ ਕਰਮ ਕਰਦੇ ਸੀ ਅਤੇ ਬੇਈਮਾਨੀ ਦੀਆਂ ਕਮਾਈਆਂ ਵੀ ਕਰੀ ਜਾਂਦੇ ਸੀ। ਮਾਨਸ ਖਾਣੇ ਕਰੇ ਨਮਾਜ਼, ਮਨੁੱਖਾਂ ਦਾ ਖੂਨ ਪੀਣੇ, ਨਮਾਜ਼ਾਂ ਵੀ ਪੜ੍ਹੀ ਜਾਂਦੇ ਸੀ। ਛੁਰੀ ਵਗਾਇਨ ਤਿੰਨ ਗਲ ਤਾਗ, ਝੂਠ ਬੋਲਣ ਵਾਲੇ ਗਲਾਂ ਵਿੱਚ ਜਨੇਊ ਵੀ ਪਾਏ ਹੋਏ ਸੀ। ਅਤੇ ਕਈਆਂ ਕਹਿਣਾ ਜੀ ਸਾਨੂੰ ਥੋੜ੍ਹਾ ਕਿਹਾ। ਨਹੀਂ ਭਾਈ, ਜੇ ਇੱਕ ਜਨੇਊ ਧਾਰੀ ਵਾਸਤੇ ਝੂਠ ਬੋਲਣਾ ਮਨਾ ਹੈ ਅਤੇ ਖੰਡੇ ਦੀ ਪਹੁ ਲੈਣ ਵਾਲੇ ਇਹ ਗੱਲ ਤੇਰੇ 'ਤੇ ਵੀ ਓਨੀ ਟੁੱਕਦੀ ਹੈ। ਜੇ ਕਪਾਹ ਦਾ ਬਣਿਆ ਹੋਇਆ ਜਨੇਊ ਸੜ ਜਾਣਾ ਹੈ ਅਤੇ ਸਾਡੀ ਸ੍ਰੀ ਸਾਹਿਬ ਵੀ ਸੜ ਜਾਣੀ ਹੈ, ਸਾਡੇ ਕੇਸਾਂ 'ਚ ਕੰਘਾ ਅਤੇ ਕੇਸ ਵੀ ਸੜ ਜਾਣੇ ਨੇ। ਗੱਲ ਸਮਝਣ ਸੀ, ਗੱਲ ਗੁਣਾਂ ਦੀ ਕੀਤੀ ਹੋਈ ਸੀ, ਪਰ ਅਸੀਂ ਗੁਰੂ ਸਾਹਿਬ ਦੇ ਉਹਨਾਂ ਵਿਚਾਰਾਂ ਨੂੰ ਨਾ ਆਪ ਸਮਝ ਸਕੇ ਅਤੇ ਨਾ ਅਸੀਂ ਦੂਜਿਆਂ ਨੂੰ ਸਮਝਾ ਪਾਏ। ਜਦੋਂ ਗੁਰਦੇਵ ਜੀ ਨੇ ਕਿਹਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ। ਭਾਈ ਜੇ ਤੇਰੇ ਕੋਲ ਧਾਗਾ ਐਸਾ ਹੈਗਾ ਜਿਹੜਾ ਮੇਰੇ ਮਨ ਨੂੰ ਬੁਰਿਆਂ ਕੰਮਾਂ ਤੋਂ ਰੋਕ ਸਕੇ, ਕਿਉਂਕਿ ਜਨੇਊ ਪਾਉਣ ਤੋਂ ਬਾਅਦ ਵੀ ਲੱਖ ਚੋਰੀਆਂ, ਲੱਖ ਯਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪੈਨਾਮੀਆਂ, ਰਾਤ ਦਿਨ ਸਜੀ ਨਾਲ ਤੱਗ ਕਪਾਹੋਂ ਕੱਤੀਐ, ਬਾਹਮਣ ਵਟੇ ਆਏ, ਕੋ ਬੱਕਰਾ ਰੇ ਨਖਾਇਆ ਸਭ ਕੋ ਆਖੈ ਪਾਏ। ਵੀ ਜੇ ਇਸ ਧਾਗੇ ਨੂੰ ਪਾਉਣ ਤੋਂ ਬਾਅਦ ਮਨ ਬੁਰਿਆਂ ਕੰਮਾਂ ਤੋਂ ਨਹੀਂ ਟਲਦਾ, ਕਿਉਂਕਿ ਇਸ ਧਾਗੇ ਵਿੱਚ ਤਾਕਤ ਹੀ ਨਹੀਂ ਕਿ ਮਨ ਨੂੰ ਬੁਰਿਆਂ ਕੰਮਾਂ ਤੋਂ ਰੋਕ ਸਕੇ, ਅਤੇ ਫਿਰ ਮੈਂ ਐਸੇ ਧਾਗੇ ਤੋਂ ਲੈਣਾ ਕਿ ਮੈਨੂੰ ਤਾਂ ਉਹ ਧਾਗਾ ਪਾ ਜਿਹਦੇ ਨਾਲ ਮੇਰਾ ਮਨ ਬੁਰਾਈ ਵਾਲੇ ਬੰਨਿਓ ਹਟ ਕੇ ਚੰਗਿਆਈ ਵਾਲੇ ਬੰਨੇ ਤੁਰ ਸਕੇ। ਇੱਦਾਂ ਦੇ ਹੁਣ ਕਿੰਨੇ ਸੋਹਣੇ ਵਿਸ਼ੇ, ਕਿੰਨੇ ਸੋਹਣੇ ਮੋਤੀ ਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਵਿੱਚ ਪਰੋ ਕੇ ਸਾਨੂੰ ਦੇ ਦਿੱਤੇ ਕਿ ਭਾਈ ਅਸੀਂ ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ, ਕਿੱਦਾਂ ਅਸੀਂ ਵਹਿਮਾਂ ਭਰਮਾਂ ਪਖੰਡਾਂ 'ਚੋਂ ਨਿਕਲਣਾ ਹੈ, ਕਿੱਦਾਂ ਅਸੀਂ ਕਰਮਕਾਂਡੀ ਜ਼ਿੰਦਗੀ 'ਚੋਂ ਬਾਹਰ ਨਿਕਲ ਕੇ ਅਸੀਂ ਸੱਚਾਈ ਵਾਲਾ ਜੀਵਨ ਜਿਉਣਾ ਹੈ। ਜੇ
ਕਿਤੇ ਇਸ ਬਾਣੀ ਨੂੰ ਮੈਂ ਕਹਿੰਦਾ ਸਾਰੀ ਪੜ੍ਹਨ ਦੀ ਬਜਾਏ ਨਾ ਵੀ ਜਿੱਥੇ 24 ਦੀਆਂ 24 ਪੜ੍ਹੀਆਂ ਰੋਜ਼ ਪੌੜੀਆਂ ਪੜ੍ਹੀਆਂ ਜਾਂਦੀਆਂ ਨੇ, ਮੈਂ ਕਹਿੰਦਾ ਭਾਵੇਂ 5 ਪੌੜੀਆਂ 6 ਪੌੜੀਆਂ ਰੋਜ਼ ਪੜ੍ਹੀਆਂ ਜਾਣ, ਪਰ ਇਹਦੇ ਵਿੱਚੋਂ ਇੱਕ ਅੱਧੀ ਪੌੜੀ ਦੀ ਰੋਜ਼ ਵਿਚਾਰ ਹੋਣੀ ਚਾਹੀਦੀ ਹੈ। ਫਿਰ ਸੂਤਕ ਅਤੇ ਪਾਤਕ, ਬੱਚੇ ਦੇ ਜਨਮ ਵੇਲੇ ਸੂਤਕ ਆ ਗਿਆ, ਜਦੋਂ ਬੰਦਾ ਚੜ੍ਹਾਈ ਕਰ ਗਿਆ ਪਾਤਕ ਆ ਗਿਆ। ਅਤੇ ਗੁਰਦੇਵ ਨੇ ਕਿਹਾ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤਰੈ ਪਰ ਧਨ ਰੂਪ। ਕੋਈ ਬੱਚਾ ਜਨਮ ਜਦੋਂ ਜਨਮ ਹੁੰਦਾ ਹੈ ਉਹਨੂੰ ਵਿਪਰ ਸੂਤਕ ਆਂਦਾ ਸੀ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਸੀ ਉਹਨੂੰ ਪਾਤਕ ਆਂਦਾ ਸੀ। ਘਰ ਦੇ ਵਿੱਚ ਬੱਚੇ ਦਾ ਜਨਮ ਹੋਣਾ, ਕਹਿਣਾ ਇੰਨੇ ਦਿਨ ਘਰ 'ਚ ਸੂਤਕ ਆ ਗਿਆ। ਤਾਂ ਹੀ ਤੁਸੀਂ ਵੇਖਿਆ ਹੋਏਗਾ ਪਹਿਲਾਂ ਜਦੋਂ ਕਿਸੇ ਘਰ ਬਾਲਕ ਜਨਮ ਲੈਂਦਾ ਸੀ ਅਤੇ ਔਰਤ ਨੂੰ ਕਿਚਨ ਦੇ ਲਾਗੇ ਚੁੱਲ੍ਹੇ ਲਾਗੇ ਨਹੀਂ ਸੀ ਜਾਣ ਦਿੰਦੇ, ਉਹ ਜਲ ਪਾਣੀ ਨਹੀਂ ਸੀ ਬਣਾਉਣ ਦਿੰਦੇ, ਕਹਿੰਦੇ ਸੀ ਹੁਣ ਅਪਵਿੱਤਰ ਹੋ ਗਈ ਹੈ ਇਹ। ਹੁਣ ਕੋਈ ਪੰਡਤ ਜੀ ਆਉਣਗੇ ਗੁਰਦੁਆਰੇ, ਕੋਈ ਗ੍ਰੰਥੀ ਆਏਗਾ, ਇਸ ਬੀਬੀ ਨੂੰ ਕੋਈ ਮੰਤਰ ਛਕਾਏਗਾ, ਕੋਈ ਪਾਠ ਪੜ੍ਹਾਏਗਾ, ਕੋਈ ਅੰਮ੍ਰਿਤ ਦਾ ਚੂੜਾ ਦੇਵੇਗਾ, ਬੀਬੀ ਪਵਿੱਤਰ ਹੋਏਗੀ, ਫਿਰ ਇਹ ਚੁੱਲ੍ਹੇ ਚੌਂਕੇ ਦਾ ਕੰਮ ਕਰ ਸਕਦੀ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਭਲਿਓ ਜੇ ਤਾਂ ਇੱਦਾਂ ਦੱਸੋ ਵੀ ਜਨਮ ਲੈਣ ਨਾਲ ਸੂਤਕ ਹੁੰਦਾ ਹੋਵੇ, ਫਿਰ ਤਾਂ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜਦੋਂ ਘਰ 'ਚ ਗੋਹਾ ਪੱਥਿਆ ਜਾਂਦਾ ਉਹਦੇ 'ਚ ਨਾਲ ਹੀ ਕੀੜੇ ਦਾ ਜਨਮ ਹੋ ਜਾਂਦਾ ਹੈ। ਅਤੇ ਜਦੋਂ ਉਹ ਗੋਹਾ ਸੁੱਕ ਕੇ ਆਪਾਂ ਚੁੱਲ੍ਹੇ 'ਚ ਬਾਲਦੇ ਹਾਂ ਅਤੇ ਨਾਲ ਹੀ ਪਾਤਕ ਹੋ ਗਿਆ, ਨਾਲ ਹੀ ਅੱਗ ਬਲ ਗਈ। ਕਿਉਂਕਿ ਵਿਪਰ ਬੜਾ ਚਲਾਕ ਸੀ, ਕਹਿੰਦਾ ਕਿਸੇ ਘਰ ਤੁਸੀਂ ਵੇਖਿਆ ਨਾ ਅੱਜ ਤੋਂ ਕੁਝ ਸਮਾਂ ਪਹਿਲਾਂ ਕਿਸੇ ਘਰ ਡੈਥ ਹੋ ਜਾਣੀ ਨਾ ਅਤੇ ਚਾਹ ਪਾਣੀ ਗੁਆਂਢੀਆਂ ਘਰੋਂ ਬਣ ਕੇ ਆਉਂਦਾ ਸੀ। ਕਿਉਂ ਭਲਾ? ਕਹਿਣਾ ਵੀ ਜਿਸ ਘਰ ਡੈਥ ਹੋਈ ਹੈ ਪਾਤਕ ਹੋ ਗਿਆ, ਵੀ ਇਸ ਘਰ ਆਪਾਂ ਅੱਗ ਨਹੀਂ ਬਾਲਣੀ ਕਿਉਂਕਿ ਹੁਣ ਇਹ ਘਰ ਅਜੇ ਅਪਵਿੱਤਰ ਹੈ। ਉਹਦੀ ਡੈੱਡ ਬੋਡੀ ਨੂੰ ਲੈ ਕੇ ਜਾਣਾ, ਸ਼ਮਸ਼ਾਨ ਭੂਮੀ ਜਾ ਕੇ ਸਾੜ ਆਉਣਾ, ਫਿਰ ਜਾ ਕੇ ਤੇ ਘਰ 'ਚ ਕੋਈ ਚੁੱਲ੍ਹੇ ਪਾਣੀ ਕੋਈ ਅੱਗ ਪਾਣੀ ਤਿਆਰ ਕਰਦਾ ਸੀ। ਨਹੀਂ ਤੇ ਇਸ ਬੰਨੇ ਕੋਈ ਤੁਰਦਾ ਨਹੀਂ ਤੇ ਅੱਗ ਬਾਲਦਾ ਨਹੀਂ ਸੀ ਆਪਣੇ ਘਰ। ਹੁਣ ਐਜੂਕੇਸ਼ਨ ਦਾ ਯੁੱਗ ਹੈ, ਨੌਜਵਾਨ ਪੜ੍ਹ ਲਿਖ ਗਿਆ, ਹੁਣ ਨਹੀਂ, ਹੁਣ ਤਾਂ ਇੱਕ ਬੰਨੇ ਡੈੱਡ ਬੋਡੀ ਪਈ ਹੁੰਦੀ ਹੈ ਅਤੇ ਜਲ ਪਾਣੀ ਵੀ ਉਸੇ ਘਰ ਵਿੱਚ ਹੀ ਤਿਆਰ ਹੋਣ ਲੱਗ ਪਿਆ। ਕਿਉਂਕਿ ਗੁਰਦੇਵ ਨੇ ਕਿਹਾ ਵੀ ਜੇ ਤੇ ਘਰ ਡੈਥ ਨਾਲ ਪਾਤਕ ਹੁੰਦਾ ਹੈ ਅਤੇ ਕਿਸੇ ਦੇ ਜਨਮ ਨਾਲ ਸੂਤਕ ਆ ਜਾਂਦਾ ਘਰ ਦੇ ਵਿੱਚ, ਕਿਉਂਕਿ ਸੂਤਕ ਅਪਵਿੱਤਰਤਾ, ਪਾਤਕ ਵੀ ਅਪਵਿੱਤਰਤਾ। ਅਤੇ ਪਾਤਸ਼ਾਹ ਜੀ ਕਹਿੰਦੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਗੋਹੇ ਅਤੇ ਲੱਕੜੀ। ਹੁਣ ਲੱਕੜ ਵਿੱਚ ਵੀ ਘੁਣ ਦਾ ਜਨਮ ਹੁੰਦਾ, ਤੁਸੀਂ ਵੇਖਿਆ ਨਾ ਕੀੜਾ ਲੱਗ ਪੈਂਦਾ, ਜਦੋਂ ਕੀੜਾ ਜੰਮਦਾ ਅਤੇ ਇਹਦਾ ਮਤਲਬ ਸੂਤਕ ਹੋ ਗਿਆ। ਜਦੋਂ ਆਪਾਂ ਲੱਕੜ ਨੂੰ ਅੱਗ ਵਿੱਚ ਬਾਲਾਂਗੇ ਅਤੇ ਨਾਲ ਹੀ ਉਹਦੀ ਡੈਥ ਹੋ ਗਈ। ਕਹਿੰਦੇ ਫਿਰ ਤੁਹਾਡੀ ਰਸੋਈ 'ਚ ਸੂਤਕ ਅਤੇ ਪਾਤਕ 24 ਘੰਟੇ ਚੱਲੀ ਜਾਂਦਾ, ਤੁਸੀਂ ਤਾਂ ਇਹ ਵਹਿਮ 'ਚੋਂ ਬਚ ਹੀ ਨਹੀਂ ਸਕਦੇ। ਇਹ ਉਹ ਸ਼ਬਦ ਨੇ ਜਿਹੜੇ ਰੋਜ਼ ਗੁਰਦੁਆਰਿਆਂ 'ਚ ਸਵੇਰੇ ਪੜ੍ਹੇ ਜਾਂਦੇ ਨੇ, ਪਰ ਅਸੀਂ ਸਿਰਫ ਕੰਨਾਂ ਤੱਕ ਸੁਣਨ ਤੱਕ ਸੀਮਿਤ ਹਾਂ। ਅਸੀਂ ਇਹਨੂੰ ਵਿਚਾਰਿਆ ਨਹੀਂ ਕਿ ਜਿਨ੍ਹਾਂ ਵਹਿਮਾਂ ਭਰਮਾਂ ਪਖੰਡਾਂ ਵਿੱਚੋਂ ਸਾਨੂੰ ਬਾਣੀ ਬਾਹਰ ਕੱਢਦੀ ਹੈ, ਅਸੀਂ ਆਪਣੀ ਸੋਚ ਨੂੰ ਉੱਚਾ ਚੁੱਕੀਏ। ਜਦੋਂ ਹੌਸਪੀਟਲ 'ਚ ਬੱਚੇ ਦਾ ਜਨਮ ਹੁੰਦਾ ਨਾ, ਕਈ ਵਾਰੀ 4 ਵਜੇ ਉਸੇ ਬੈੱਡ ਦੇ ਉੱਤੇ ਕਿਸੇ ਮਰੀਜ਼ ਦੀ ਡੈਥ ਹੁੰਦੀ ਹੈ ਅਤੇ 5:30, 6, 7 ਵਜੇ ਉਸੇ ਬੈੱਡ 'ਤੇ ਇੱਕ ਬੱਚੇ ਦਾ ਜਨਮ ਹੁੰਦਾ। ਸਿਰਫ ਬੈੱਡ ਸ਼ੀਟ ਚੇਂਜ ਕੀਤੀ ਜਾਂਦੀ ਹੈ, ਗੱਦਾ ਵੀ ਉਹ ਹੁੰਦਾ, ਬੈੱਡ ਵੀ ਉਹ ਹੁੰਦਾ, ਜਿਹੜੀਆਂ ਨਰਸਾਂ ਭੈਣਾਂ ਉੱਥੇ ਜੋਬ ਕਰਦੀਆਂ ਉਹ ਹੁੰਦੀਆਂ ਨੇ, ਡਾਕਟਰ ਵੀ ਉਹ ਹੁੰਦੇ ਨੇ, ਉਹੋ ਹੀ ਹੱਥ ਹੁੰਦੇ ਨੇ। ਉਹਨਾਂ ਹੱਥਾਂ 'ਚ ਸਵੇਰੇ ਇੱਕ ਮਰੀਜ਼ ਨੇ ਦਮ ਤੋੜਿਆ ਹੁੰਦਾ, ਹੱਥ ਸਾਫ਼ ਕਰਕੇ ਫਿਰ ਆਉਂਦੀਆਂ ਨੇ, ਉਹਨਾਂ ਹੱਥਾਂ 'ਚ ਇੱਕ ਬੱਚਾ ਜਨਮ ਲੈਂਦਾ। ਹੁਣ ਸਾਡੇ ਵਰਗੇ ਕਮਲੇ ਹੋਣ ਤੇ ਅਸੀਂ ਤਾਂ ਇਸ਼ਨਾਨ ਕਰਾ ਕੇ ਨਰਸਾਂ ਨੂੰ ਮਾਰ ਦਈਏ ਵੀ ਤੁਸੀਂ ਤੇ ਜੇ ਅਪਵਿੱਤਰ, ਜੇ ਤੁਸੀਂ ਤੇ ਇੱਕ ਮੁਰਦੇ ਨੂੰ ਹੱਥ ਲਾਇਆ। ਸੋਚ ਕੇ ਵੇਖਿਓ ਤੁਸੀਂ, ਕੀ ਸੰਸਾਰ ਇੱਦਾਂ ਚੱਲ ਸਕਦਾ? ਵੀ ਦੁਨੀਆ ਇੱਦਾਂ ਚੱਲ ਸਕਦੀ ਵੀ ਜੇ ਇੱਦਾਂ ਦੇ ਆਪਾਂ ਸੰਸਾਰ 'ਤੇ ਤੁਰੀਏ? ਤੇ ਪਾਣੀ ਨੇ ਇਹਨਾਂ ਵਹਿਮਾਂ 'ਚੋਂ ਸਾਨੂੰ ਬਾਹਰ ਕੱਢਿਆ ਸੀ। ਆਓ ਆਪਣੀ ਸੋਚ ਉੱਚੀ ਚੁੱਕੀਏ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਵਹਿਮਾਂ ਭਰਮਾਂ ਪਖੰਡਾਂ 'ਚੋਂ ਬਾਣੀ ਸਾਨੂੰ ਬਾਹਰ ਕੱਢਦੀ ਹੈ। ਬਾਣੀ ਦੀ ਵਿਚਾਰ ਨਾਲ ਭਰਮ ਇੱਦਾਂ ਉੱਡਦੇ ਆ ਜਿੱਦਾਂ ਸੂਰਜ ਜਦੋਂ ਉਦੇ ਹੁੰਦਾ ਨਾ, ਉਹਦੇ ਗਾੜੀ ਫਿਰ ਹਨੇਰਾ ਅੱਗੇ ਅੱਗੇ ਦੌੜਦਾ ਹੈ। ਤੋ ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ ਵੀ ਸਾਡਾ ਵੀ ਕਰੈਕਟਰ ਅਤੇ ਕਿਰਦਾਰ ਉੱਚਾ ਬਣ ਸਕੇ। ਜਿਸ ਧੁਨੀ ਦੇ ਉੱਤੇ ਸਾਨੂੰ ਇਹ ਵਾਰ ਗਾਉਣ ਦੀ ਹਦਾਇਤ ਹੈ, ਅਸੀਂ ਵੀ ਉਸ ਅਸ ਰਾਜੇ ਦੀ ਤਰ੍ਹਾਂ ਕਰੈਕਟਰ ਅਤੇ ਕਿਰਦਾਰ ਦੇ ਮਾਲਕ ਬਣ ਸਕੀਏ। ਕਦੀ ਸਮਾਂ ਸੀ ਕਿ ਉਸ ਵਕਤ ਦੇ ਢਾਡੀਆਂ ਨੇ ਰਾਜੇ ਅਸ ਦੀ ਇਸ ਬਹਾਦਰਤਾ, ਇਸ ਬਹਾਦਰੀ ਦੇ ਉੱਤੇ ਵਾਰ ਗਾਈ, ਇਸ ਕਰੈਕਟਰ ਦੇ ਉੱਤੇ ਵਾਰ ਗਾਈ, ਅਤੇ ਪਾਤਸ਼ਾਹ ਨੂੰ ਕਿੰਨੀ ਚੰਗੀ ਲੱਗੀ ਹੋਏਗੀ ਕਿ ਭਾਈ ਇਸ ਬਾਣੀ ਨੂੰ ਆਪਾਂ ਇਸ ਰਾਜੇ ਅਸ ਦੀ ਧੁਨ ਦੇ ਉੱਤੇ ਗਾਉਣਾ, ਤਾਂ ਕਿ ਇਹਨੂੰ ਪੜ੍ਹਨ ਵਾਲਾ, ਸੁਣਨ ਵਾਲਾ, ਸਮਝਣ ਵਾਲਾ ਆਪਣਾ ਕਿਰਦਾਰ, ਆਪਣਾ ਕਰੈਕਟਰ ਉੱਚਾ ਕਰ ਸਕੇ। ਆਓ ਆਪਣੀ ਸੋਚ ਉੱਚੀ ਵੇਖੋ। ਦੋ ਗੱਲਾਂ ਇਹਦੇ ਵਿੱਚੋਂ ਝਲਕੀਆਂ। ਇੱਕ ਵੀ ਉਹਦੇ 'ਤੇ ਉਹ ਡੋਰੀਆਂ ਪਾਉਣ ਦੀ ਕੋਸ਼ਿਸ਼ ਕੀਤੀ ਰਹੀ, ਉਹ ਨਹੀਂ ਡੋਲਿਆ, ਇੱਕ ਇਹ ਪੱਖ ਆ ਗਿਆ। ਦੂਜਾ ਪੱਖ, ਪਿਤਾ ਨੇ ਕਿੰਨਾ ਜ਼ੁਲਮ ਕੀਤਾ, ਉਹ 'ਤੇ ਉਹਦੀ ਬਾਂਹ ਕੱਟ ਦਿੱਤੀ, ਹੱਥ ਕੱਟ ਦਿੱਤਾ, ਪਰ ਜਦੋਂ ਹੈਲਪ ਮੰਗਣ ਗਿਆ ਉਹਨੇ ਈਰਖਾ ਨਹੀਂ ਰੱਖੀ। ਅਤੇ ਇੱਥੇ ਭਰਾ ਨਾਲ ਈਰਖਾ ਕਰੀ ਜਾਂਦਾ ਹੈ, ਤਾਏ ਚਾਚੇ ਭੈਣਾਂ ਭਰਾਵਾਂ ਦੋਸਤ ਮਿੱਤਰ ਈਰਖਾ ਜੈਲਸੀ ਨਾਲ ਭਰੇ ਪਏ ਨੇ। ਅਤੇ ਪਤਾ ਕੀ ਕਹਿਣਗੇ? ਸਿਰੇ ਆਸਾ ਕੀ ਵਾਰ ਰੋਜ਼ ਗੁਰਦੁਆਰੇ ਸੁਣ ਕੇ ਆਈ ਦੀ ਆ।
ਉਹ ਤੋਂ ਬਿਨਾਂ ਪ੍ਰਸ਼ਾਦਾ ਪਾਣੀ ਨਹੀਂ ਛਕੀਦਾ। ਤੇ ਪੜ੍ਹੀ ਕੀ ਹੈ, ਬਾਣੀ ਕੀ ਪੜ੍ਹ ਰਹੇ ਹਾਂ, ਕਿੱਡਾ ਕਿਰਦਾਰ ਉੱਚਾ ਸੀ, ਤੇ ਆਪ ਅੰਦਰੋਂ ਈਰਖਾ ਤੇ ਜੈਲਸੀ ਬਾਹਰ ਕੱਢਣ ਨੂੰ ਤਿਆਰ ਨਹੀਂ। ਆਓ ਭਾਈ ਸੋਚ ਉੱਚੀ ਰੱਖੀਏ, ਜੀਵਨ ਕਿਰਦਾਰ ਵਧੀਆ ਬਣਾਈਏ। ਇਹ ਸਾਨੂੰ ਬਾਣੀ ਸਿਖਾਉਂਦੀ ਹੈ। ਪੜ੍ਹੀਏ, ਵਿਚਾਰੀਏ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਇਹ ਆਪਾਂ ਕੁਝ ਵਿਚਾਰਾਂ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਇਸ ਬਾਣੀ ਪ੍ਰਤੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕੱਲ੍ਹ ਨੂੰ ਆਪਾਂ ਇਹ ਪੌੜੀ ਤੋਂ ਵਿਚਾਰ ਜਿਹੜੀ ਆਰੰਭ ਕਰਾਂਗੇ ਕਿ ਪਾਤਸ਼ਾਹ ਜੀ ਨੇ ਪੌੜੀ ਵਿੱਚ ਕੀ ਵਿਚਾਰ ਬਖਸ਼ਿਸ਼ ਕੀਤੇ ਨੇ, ਫਿਰ ਨਾਲ ਉਹਦੇ ਸਲੋਕ ਗੁਰਦੇਵ ਜੀ ਨੇ ਜਿਹੜੇ ਇਹਦੇ ਨਾਲ ਪੌੜੀ ਦੇ ਨਾਲ ਲਿਖੇ ਹੋਏ ਨੇ, ਉਹਨਾਂ ਸਲੋਕਾਂ ਨੂੰ ਆਪਾਂ ਵਿਚਾਰਦੇ ਜਾਵਾਂਗੇ ਤੇ ਆਪਣੀ ਜ਼ਿੰਦਗੀ ਵਿੱਚ ਇਹ ਖੂਬਸੂਰਤ ਜਿਹੜੇ ਗੁਣ ਵਾ ਉਹ ਪ੍ਰਗਟ ਕਰਦੇ ਜਾਈਏ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ ਦੇ ਮਾਂ ਵਾਕਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜੋਈਏ। ਤੁਹਾਡਾ ਸਾਰਿਆਂ ਦਾ ਧੰਨਵਾਦ। ਇਹ ਸੇਵਾ ਆਪਾਂ ਰਲ ਮਿਲ ਕੇ ਕਰਨੀ ਹੈ ਸਾਧ ਸੰਗਤ ਜੀ। ਬਾਣੀ ਦੀ ਵਿਚਾਰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਸਹਿਜ ਪਾਠ ਆਰੰਭ ਕਰੋ, ਅਰਥਾਂ ਸਹਿਤ ਪੜ੍ਹੋ, ਬਾਰ-ਬਾਰ ਸੁਣੋ, ਸਮਝੋ, ਵਿਚਾਰੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਉਪਦੇਸ਼ ਨੂੰ ਲਾਗੂ ਕਰੀਏ। ਸਾਰਿਆਂ ਦਾ ਧੰਨਵਾਦ। ਪੈਸੇ ਨਾਲ, ਧਨ ਦੌਲਤ ਨਾਲ ਬਾਹਰੀ ਸਹੂਲਤਾਂ ਆ ਸਕਦੀਆਂ ਨੇ, ਪਰ ਅੰਦਰ ਦਾ ਸਕੂਨ ਗੁਰੂ ਦੀ ਬਾਣੀ ਪੜ੍ਹਿਆਂ, ਸੁਰਤ ਉੱਚੀ ਕੀਤਿਆਂ, ਚੰਗੇ ਵਿਚਾਰ ਧਾਰਨ ਕੀਤੇ ਹੋਣੇ ਨੇ, ਕਿਉਂਕਿ ਵਿਚਾਰਾਂ ਨਾਲ ਹੀ ਦੁਖੀ ਹੁੰਦਾ ਬੰਦਾ ਤੇ ਵਿਚਾਰਾਂ ਨਾਲ ਹੀ ਦੁਖੀ ਹੁੰਦਾ। ਆਓ ਵਿਚਾਰ ਚੰਗੇ ਬਣਾਈਏ ਤਾਂ ਕਿ ਅੰਦਰ ਟਿਕਾ ਆ ਸਕੇ, ਅੰਦਰ ਸਕੂਨ ਆ ਸਕੇ ਤੇ ਜ਼ਿੰਦਗੀ ਦੇ ਵਿੱਚ ਇਹ ਖੇੜਾ ਲਿਆ ਸਕੇ, ਨਾਨਕ ਭਗਤਾਂ ਸਦਾ ਵਿਗਾਸ। ਸਦਾ ਵਾਲਾ ਵਿਗਾਸ, ਸਦਾ ਹੀ ਖੇੜਾ, ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ ਵਾਲਾ ਗੁਣ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕੀਏ। ਸਾਰਿਆਂ ਦਾ ਧੰਨਵਾਦ ਜੀ। ਕੱਲ੍ਹ ਆਪਾਂ ਆਸਾ ਕੀ ਵਾਰ ਦੀ ਜਿਹੜੀ ਪਹਿਲੀ ਪੌੜੀ ਸਲੋਕ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਫਿਰ ਆਪਾਂ ਇੱਦਾਂ ਹੀ ਸਮਾਂ ਕੱਢਾਂਗੇ। ਟਾਈਮ ਨਾਲ ਆਪਾਂ ਰੋਜ਼ ਸੁਣਦੇ ਜਾਈਏ, ਵਿਚਾਰਦੇ ਜਾਈਏ ਤੇ ਸੰਗਤਾਂ ਤੱਕ ਇਹ ਮੈਸੇਜ ਪਹੁੰਚਾਉਂਦੇ ਜਾਈਏ। ਧੰਨਵਾਦ ਤੁਹਾਡਾ ਸਾਰਿਆਂ ਦਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।